देश दुनिया च बसते पंजाबियों को खुश आमदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट राजीव भास्कर जी। भास्कर साहब जी आया। धन्यवाद जी। दो अहम वड्डियां घटनावां तुरंत प्रभाव नाल दखल मंग रही ने, चर्चा मंगदियां ने। एक तो सब तो पहला कैप्टन अमरिंदर सिंह नाल 3 मैंबर पार्लीमेंट मिलते हैं। जदों दे कैप्टन अमरिंदर सिंह दिल्ली तो आए ने, उस तो बाद की सरगर्मी बहुत मैन्यूटली देखने की लोड़ है। दो पहलू ਵੱਡੇ ਆਉਂਦੇ ਆ ਭਾਸਕਰ ਸਾਹਿਬ। ਇੱਕ ਤਾਂ ਇਹ ਹੈ ਕਿ ਤੁਹਾਡੇ ਨਾਲ ਕੌਣ ਲੋਕ ਚੱਲਦੇ ਸੀਗੇ। ਹੁਣ ਉਹਨਾਂ ਖੇਮਿਆਂ ਦੇ ਵਿੱਚ ਹਲਚਲ ਕੁਝ ਵੱਖਰੀ ਤਰ੍ਹਾਂ ਦੀ ਹੈ ਕਿ ਕੁਝ ਲੋਕਾਂ ਨੂੰ ਸੁਨੇਹੇ ਸਿੱਧੇ ਜਾਂ ਸਿੱਧੇ ਲਾਏ ਜਾ ਰਹੇ। ਮੀਟਿੰਗਸ ਤਾਂ ਹੁੰਦੀਆਂ ਰਹਿੰਦੀਆਂ, ਲੇਕਿਨ ਮੀਟਿੰਗ ਦੀ ਫੋਟੋ ਦਾ ਬਾਹਰ ਆਉਣਾ ਤੇ ਬਾਹਰ ਭੇਜਿਆ ਜਾਣਾ, ਇਹ ਸੰਕੇਤ ਕਈ ਪਹਿਲੂਆਂ ਦੇ ਨੇ। ਕੈਪਟਨ ਅਮਰਿੰਦਰ ਸਿੰਘ ਕੈਂਪ 'ਚ ਵੀ ਟੁੱਟ ਭੱਜ ਹੈ ਔਰ ਨਾਲ ਦੀ ਨਾਲ ਪਾਵਰ ਜਿਹੜੀ ਸਟਰੈਂਥ ਹੈਗੀ ਆ ਉਹ ਵੀ ਦਿਖਾਈ ਜਾ ਰਹੀ ਆ। ਦੂਜਾ ਬਹੁਤ ਅਹਿਮ ਪਹਿਲੂ ਆ ਕਿ ਰਾਮ ਰਹੀਮ ਸੌਦਾ ਸਾਧ ਉਹਦੇ ਵੱਲੋਂ ਜਿਹੜੀ ਸਰਗਰਮੀ ਹੈ, ਸਰਕਾਰਾਂ ਦੀ ਸਹਿਮਤੀ ਬਿਨਾਂ ਇਹ ਸਰਗਰਮੀ ਸੰਭਵ ਨਹੀਂ, ਕਿਉਂਕਿ ਉਹ ਕਨਵਿਕਟਡ ਆ, ਜੇਲ੍ਹ ਦੇ ਵਿੱਚ ਆ, ਲੇਕਿਨ ਜੇਲ੍ਹ ਤੋਂ ਬਾਹਰ ਉਹਦਾ ਆਉਣਾ, ਹੁਣ ਉਹਦਾ ਹਸਪੀਟਲ ਜਾਣਾ, ਇਹ ਸਿਆਸਤ ਦੇ ਵਿੱਚ ਭੁਚਾਲ ਵਾਂਗ ਵੀ ਆ। ਸਿੱਧਾ ਸੰਕੇਤ ਹੈ ਕਿ ਸੌਦਾ ਸਾਧ ਨਾਲ ਜੁੜੀ ਧਿਰ ਜਿਹੜੀ ਹੈ ਉਹ ਇਹਦੇ ਵਿੱਚ ਇਨਵੋਲਵ ਹੋਏ ਬਿਨਾਂ ਗੱਲ ਅੱਗੇ ਨਹੀਂ ਤੁਰ ਸਕਦੀ ਪੰਜਾਬ ਦੀ ਰਾਜਨੀਤੀ, ਕਿਉਂਕਿ ਇਸ ਡੇਰੇ ਦੁਆਲੇ ਘੁੰਮਦੀ ਰਹੀ ਆ। ਸਿੱਖ ਮਾਨਸਿਕਤਾ ਦੇ ਨਜ਼ਰੀਏ ਤੋਂ ਵੀ ਔਰ ਸਿੱਖ ਮਾਨਸਿਕਤਾ ਦੇ ਖਿਲਾਫ ਜਿਹੜੀ ਸੋਚ ਹੈ ਉਹਦੇ ਨਜ਼ਰੀਏ ਤੋਂ ਵੀ, ਸਰਕਾਰਾਂ ਦੇ ਨਜ਼ਰੀਏ ਤੋਂ ਵੀ ਔਰ ਪੋਲੀਟੀਕਲ ਪਾਰਟੀਆਂ ਦੇ ਨਜ਼ਰੀਏ ਤੋਂ ਵੀ ਔਰ ਖਾਸ ਤੌਰ ਤੇ ਨੈਸ਼ਨਲ ਰਾਜਨੀਤੀ ਦੇ ਨਜ਼ਰੀਓਂ ਵੀ ਕਈ ਪਹਿਲੂ ਬਣਦੇ ਆ ਕਿ ਰਾਮ ਰਹੀਮ ਹੁਣ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਸਵਾਲ ਬਹੁਤ ਵੱਡਾ। ਭਾਸਕਰ ਸਾਹਿਬ ਇੱਥੋਂ ਹੀ ਸ਼ੁਰੂ ਕਰਦੇ ਆ ਕਿ ਰਾਮ ਰਹੀਮ ਦਾ ਜੇਲੋਂ ਬਾਹਰ ਜਾਣਾ, ਦੂਜੀ ਵਾਰੀ ਜਾਣਾ, ਐਰਕਾਂ ਹੋਰ ਵੀ ਕੋਈ ਖਬਰਾਂ ਪੁੱਠੀਆਂ ਸਿੱਧੀਆਂ ਜਿਹੜੀਆਂ ਜਿਨ੍ਹਾਂ ਨੂੰ ਮੈਂ ਲੈਂਦਾ ਨਹੀਂ ਹੁੰਦਾ। ਸਵਾਲ ਇਹ ਹੈ ਕਿ ਕਿਹੜੀ ਧਿਰ ਨੂੰ ਬੈਨੀਫਿਟ ਆ? ਕੀ ਪੰਜਾਬ ਦੇ ਵਿੱਚ ਕੋਈ ਧਿਰ ਇੰਨਾ ਰਿਸਕ ਲੈ ਸਕਦੀ ਆ ਜਦੋਂ ਚਿਮਟੇ ਨਾਲ ਛੂਹਣਾ ਵੀ ਰਾਮ ਰਹੀਮ ਨੂੰ ਔਖਾ ਸੀ? ਬਿਲਕੁਲ ਰੰਧਾਵਾ ਜੀ, ਅਗਰ ਤੁਸੀਂ ਗੱਲ ਕਰੋ 2014 ਦੀ ਜਾਂ 2014 ਤੋਂ ਪਹਿਲੇ ਦੀ, ਤੇ ਏਦਾਂ ਦੀ ਕੋਈ ਵੀ ਪੋਲੀਟੀਕਲ ਪਾਰਟੀ ਨਹੀਂ ਹੈ ਜਿਨ੍ਹਾਂ ਦੇ ਵੱਡੇ ਵੱਡੇ ਆਗੂ ਜਿਹੜਾ ਡੇਰਾ ਬਾਬਾ ਦੇ ਚਰਨਾਂ 'ਚ ਬਹਿੰਦੇ ਸੀਗੇ, ਆਸ਼ੀਰਵਾਦ ਲੈਂਦੇ ਸੀਗੇ ਔਰ ਉਸ ਵੋਟ ਬੈਂਕ ਦੀ ਆਸ ਕਰਦੇ ਸੀਗੇ ਜਿਹਦੇ ਕਰਕੇ ਉਹਨਾਂ ਨੂੰ ਜਿੱਤ ਹਾਸਿਲ ਕੀਤੀ ਜਾ ਸਕੇ। 2014 ਤੋਂ ਪਹਿਲੇ ਬੀਜੇਪੀ ਨੇ ਜ਼ਰੂਰ ਇੱਕ ਵੱਡੀ ਬਾਬੇ ਦੀ ਪ੍ਰੇਜ਼ ਕਰਦੇ ਹੋਏ 44 ਯਾਨੀ 90 ਵਿੱਚੋਂ ਹਰਿਆਣਾ ਦੇ 44 MLA ਦੇ ਕੈਂਡੀਡੇਟਸ ਉਹ ਬਾਬੇ ਦੇ ਚਰਨਾਂ ਦੇ ਵਿੱਚ ਬੈਠੇ ਸੀਗੇ, ਆਸ਼ੀਰਵਾਦ ਲਿਆ ਸੀਗਾ ਔਰ ਪਹਿਲੀ ਵਾਰ ਸਰਕਾਰ ਵੀ ਬੀਜੇਪੀ ਦੀ ਉੱਥੇ ਬਣੀ ਸੀ। ਉਸ ਤੋਂ ਬਾਅਦ ਫਸਟ ਕੈਬਨਿਟ ਵੀ ਉੱਥੇ ਗਈ, 51 ਲੱਖ ਰੁਪਏ ਦਾ ਚੈੱਕ ਵੀ ਦੇ ਕੇ ਆਈ ਬਾਬੇ ਦੇ ਵਾਸਤੇ। ਪਰ ਜੋ ਹੁਣ ਹਾਲਾਤ ਨੇ, ਜਿਹੜੀ ਤੁਸੀਂ ਗੱਲ ਕਹੀ ਹੈ ਕਿ ਬਾਬੇ ਨੂੰ ਚਿਮਟੇ ਤੋਂ ਵੀ ਫੜਨਾ ਪਸੰਦ ਨਹੀਂ ਕਰਨਗੇ, ਉਦਾਂ ਦੇ ਹਾਲਾਤ ਪੰਜਾਬ ਵਿੱਚ ਬਣੇ ਹੋਏ ਨੇ। ਕਿਉਂਕਿ ਸੁਖਬੀਰ ਬਾਦਲ ਨੇ ਬਾਬੇ ਨੂੰ ਵਰਤ ਕੇ ਦੇਖ ਲਿਆ ਔਰ ਬਾਬੇ ਨੂੰ ਵਰਤਣ ਦਾ ਇੱਕ ਤਰੀਕੇ ਨਾਲ ਅੰਜਾਮ ਵੀ ਭੁਗਤ ਕੇ ਦੇਖ ਲਿਆ ਕਿ ਹੁਣ ਅਗਰ ਉਹ ਬਾਬੇ ਦੀ ਆਸ਼ੀਰਵਾਦ ਲੈਣ ਦੀ ਕੋਸ਼ਿਸ਼ ਕਰਦਾ ਹੈ ਤੇ ਫਿਰ ਅੱਗੇ ਚੱਲ ਕੇ ਸਿਆਸੀ ਹਾਲਾਤ ਉਹ ਕੋਈ ਨਹੀਂ ਹੋਣੇ। ਇਹ ਗੱਲ ਤਕਰੀਬਨ ਪੰਜਾਬ ਦੀ ਪੋਲੀਟੀਕਲ ਪਾਰਟੀ ਵੈਸੇ ਭਾਸਕਰ ਸਾਹਿਬ ਸੁਖਬੀਰ ਬਾਦਲ ਦੇ ਤਾਂ ਬਾਬੇ ਦਾ ਭੂਤ ਐਸਾ ਗਲੋਂ ਲੈਣ ਹੀ ਨਹੀਂ ਡਿਆ। ਉਹ ਇੱਧਰ ਨੂੰ ਤੁਰਦਾ ਤੇ ਫਿਰ ਪੈਰਾਂ 'ਚ ਆਣ ਵੜਦਾ ਹੈ, ਉਹ ਇੱਧਰ ਨੂੰ ਤੁਰਦਾ ਤੇ ਉਹਦੇ ਪੈਰਾਂ ਨੂੰ ਸੰਗਲ ਵੱਜ ਜਾਂਦੇ ਆ, ਬੇੜੀਆਂ ਪੈ ਜਾਂਦੀਆਂ ਨੇ। ਇਹ ਐਸਾ ਇੱਕ ਮਸਲਾ ਸੀ ਬੇਅਦਬੀ ਮਾਮਲਿਆਂ ਦੇ ਪਹਿਲਾਂ ਦੀਆਂ ਘਟਨਾਵਾਂ। ਅਖੇ ਉਹ ਜੀ ਅਕਸ਼ੇ ਕੁਮਾਰ ਨਾਲ ਦੇ ਰਾਹੀਂ ਮੀਟਿੰਗ ਹੋ ਗਈ, ਸਿੰਘ ਸਾਹਿਬਾਨ ਤੋਂ ਮਾਫੀ ਦਵਾਤੀ, ਸੁਖਬੀਰ ਸਿੰਘ ਬਾਦਲ ਦੀ ਜਿਹੜੀ ਅਨਾਉਂਸਮੈਂਟ ਸੀ ਇਲੈਕਸ਼ਨ ਦੇ ਵਿੱਚ ਡੇਰਾ ਸਿਰਸਾ ਵੱਲੋਂ ਕਿ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੀ ਅਸੀਂ ਮਦਦ ਕਰ ਰਹੇ ਹਾਂ। ਮੇਰਾ ਖਿਆਲ ਹੈ ਕਿ ਸ਼ਾਇਦ ਜਦੋਂ ਇਕੱਲੇ ਵੀ ਬਹਿੰਦੇ ਹੋਣੇ ਆ ਤੇ ਕਹਿੰਦੇ ਹੋਣੇ ਮੇਰੀ ਜ਼ਿੰਦਗੀ ਦਾ ਇਹ ਬਲੰਡਰ ਸੀਗਾ, ਇਸ ਤੋਂ ਵੱਡੀ ਮੈਂ ਗਲਤੀ ਨਹੀਂ ਕਰ ਸਕਦਾ ਜਦੋਂ ਮੈਂ ਉਹ ਮਦਦ ਲੈ ਲਈ 2017 ਤੋਂ ਪਹਿਲਾਂ। ਭੁੱਲਾਂ ਬਖਸ਼ਾਉਣ ਵਾਲੀ ਗੱਲ ਤੁਹਾਨੂੰ ਯਾਦ ਹੋਏਗੀ ਕਿ ਕਿਸ ਤਰੀਕੇ ਨਾਲ ਅਕਾਲੀ ਦਲ ਦੇ ਵੱਡੇ ਵੱਡੇ ਆਗੂ ਦਰਬਾਰ ਸਾਹਿਬ ਗਏ ਸੀਗੇ ਔਰ ਭੁੱਲਾਂ ਬਖਸ਼ਾਉਣ ਦੀ ਗੱਲ ਕੀਤੀ ਸੀ। ਹਾਲਾਂਕਿ ਉਹਨਾਂ ਭੁੱਲਾਂ ਦਾ ਜ਼ਿਕਰ ਤੇ ਨਹੀਂ ਕੀਤਾ ਸੀਗਾ, ਪਰ ਜਿਨ੍ਹਾਂ ਭੁੱਲਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਜਿਹੜਾ ਬਾਬਾ ਹੁਣ ਸੁਖਬੀਰ ਉਹਨਾਂ ਨੂੰ ਭੂਤ ਲੱਗਦਾ ਹੈ, ਕਦੀ ਉਹ ਰੱਬ ਲੱਗਦਾ ਸੀਗਾ ਔਰ ਉਹ ਜਦ ਰੱਬ ਲੱਗਦਾ ਸੀਗਾ ਉਹ ਰੱਬ ਕਰਕੇ ਹੀ ਉਹਨਾਂ ਨੇ ਇੰਨਾ ਕੁਛ ਕੀਤਾ ਕਿ ਬਿਨਾਂ ਮਾਫੀਨਾਮੇ ਤੋਂ, ਬਿਨਾਂ ਕਿਸੇ ਬਾਬੇ ਦੀ ਚਿੱਠੀ ਤੋਂ ਉਹਨੂੰ ਮਾਫ ਵੀ ਕਰਤਾ। ਬਾਅਦ ਚੋਂ ਉਹਨੂੰ ਮਾਫ ਕਰਨ ਤੋਂ ਬਾਅਦ ਅਗਲੇ ਦਿਨ ਹੀ ਉਹਦੀ 2-3 ਦਿਨਾਂ ਦੇ ਵਿੱਚ ਹੀ ਮਾਫੀ ਰਿਜੈਕਟ ਵੀ ਕਰਾਤੀ। ਹੁਣ ਸੁਖਬੀਰ ਬਾਦਲ ਉਹਨਾਂ ਦਾ ਬਾਬੇ ਦੇ ਦਰਬਾਰ ਦੇ ਵਿੱਚ ਜਾਣਾ, ਉਹ ਤੇ ਲੱਗਦਾ ਹੈ ਜਿਹੜੀ ਭੂਤ ਵਾਲੀ ਗੱਲ ਤੁਸੀਂ ਕੀਤੀ ਹੈ, ਜਾਂ ਉਹ ਭੂਤ ਲੱਗਦਾ ਹੋਏਗਾ ਸੁਖਬੀਰ ਬਾਦਲ ਨੂੰ, ਇਹ ਗੱਲ ਬਿਲਕੁਲ ਸਹੀ ਹੈ। ਔਰ ਨਾ ਕੇਵਲ ਸੁਖਬੀਰ ਬਾਦਲ ਨੂੰ ਭੂਤ ਲੱਗਦਾ ਹੋਏਗਾ, ਕਾਂਗਰਸ ਦੇ ਆਗੂ ਹੁਣ ਜਿਹੜੇ ਬਠਿੰਡੇ ਦੇ MLA ਦੇ ਕੈਂਡੀਡੇਟ ਸੀਗੇ ਇੱਕ ਟਾਈਮ ਵਿੱਚ ਕਾਂਗਰਸ ਦੇ,
ਉਹ ਉਹਨਾਂ ਦੇ ਸਮਝੀ ਵੀ ਸੀਗੇ, ਔਰ ਉਹਨਾਂ ਨੂੰ ਵੀ ਹੁਣ ਬਾਬਾ ਭੂਤ ਹੀ ਲੱਗਦਾ ਹੈ। ਇੱਕ ਟਾਈਮ ਹੁੰਦਾ ਸੀਗਾ ਜੱਸੀ ਉਹਨਾਂ ਦੀ ਕਾਂਗਰਸ ਦੇ ਵਿੱਚ ਵੈਲਿਊ ਇਸ ਕਰਕੇ ਸੀਗੀ ਕਿ ਉਹ ਬਾਬੇ ਦੇ ਸਮਝੀ ਹੈਗੇ ਨੇ, ਪਰ ਹਾਂ ਅੱਜ ਮੇਰੇ ਖਿਆਲ ਨਾਲ ਕੁੜਮ ਸੀ, ਹਾਂ ਕੁੜਮ। ਕੁੜਮ ਸੀਗੇ। ਔਰ ਹਾਂ ਤੁਸੀਂ ਇਹ ਦੇਖੋ ਕਿ ਕਿੰਨੇ ਟਾਈਮ ਤੋਂ ਜੱਸੀ ਦਾ ਨਾਂ ਪੰਜਾਬ ਦੀ ਕਾਂਗਰਸ ਦੇ ਵਿੱਚ ਕਿਸੇ ਨੇ ਲਿਆ ਹੀ ਨਹੀਂ। ਉਹ ਜਿਹੜਾ ਕੁੜਮ ਸੀਗਾ ਉਹ ਹੁਣ ਕੁੜਮ ਹੋਣਾ ਹੀ ਉਹਦੇ ਵਾਸਤੇ ਸ਼ਰਾਬ ਬਣ ਗਿਆ। ਯਾਨੀ ਰਾਜਨੀਤੀ ਦੇ ਵਿੱਚ ਕਿੱਦਾਂ ਸਮੀਕਰਨ ਚੇਂਜ ਹੁੰਦੇ ਨੇ, ਕਿੱਦਾਂ ਰਾਣੀ ਪ੍ਰਨੀਤ ਕੌਰ, ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ, ਈਵਨ ਸਿੱਧੂ, ਨਵਜੋਤ ਸਿੰਘ ਸਿੱਧੂ ਜਿਹੜਾ ਅੱਜ ਦੀ ਡੇਟ ਵਿੱਚ ਡੇਰਾ ਸੱਚਾ ਸੌਦਾ ਨੂੰ ਕਾਫੀ ਕ੍ਰਿਟੀਸਾਈਜ਼ ਕਰਦੇ ਨੇ, ਉਹ ਵੀ ਬਾਬੇ ਦੇ ਚਰਨਾਂ ਦੇ ਵਿੱਚ ਬੈਠੇ ਹੋਏ ਨਜ਼ਰ ਆਉਂਦੇ ਸੀਗੇ। ਹੁਣ ਤਸਵੀਰਾਂ ਬਦਲ ਗਈਆਂ, ਐਦਾਂ ਦੀ ਤਸਵੀਰਾਂ ਸ਼ਾਇਦ ਤੁਹਾਨੂੰ ਹੁਣ ਰਿਕਾਰਡ ਤੇ ਮਿਲਣ, ਅੱਗੇ ਚੱਲ ਕੇ ਜੀ। ਦੇਖਣ ਨੂੰ ਸ਼ਾਇਦ ਅੱਛਾ, ਨਹੀਂ ਪਰ ਮਿਲ। ਇੱਕ ਭਾਸਕਰ ਸਾਹਿਬ ਇੱਕ ਹੋਰ ਸਵਾਲ ਹੈ ਵੀ ਹੁਣ ਇਸ ਮੌਕੇ ਫਿਰ ਕਿਹੜੀ ਧਿਰ ਨੂੰ ਬਾਬਾ ਵਾਰਾ ਖਾਂਦਾ ਹੈ? ਇਹ ਵੱਡਾ ਸਵਾਲ ਹੈ ਕਿ ਜੇਕਰ ਕੋਈ ਧਿਰ ਹਰਿਆਣੇ 'ਚ ਬਾਬੇ ਨੂੰ ਸਪੋਰਟ ਕਰ ਰਹੀ ਹੈ ਜਾਂ ਉਹਨੂੰ ਮਾੜੀ ਮੋਟੀ ਰਾਹਤ ਦੇ ਰਹੀ ਹੈ ਕਿ ਇੱਥੇ ਵਰਤ ਲਾਂਗੇ, ਉਹੀ ਧਿਰ ਪੰਜਾਬ ਦੇ ਵਿੱਚ ਜੇ ਲੜਦੀ ਹੈ ਤੇ ਪੰਜਾਬ ਦੇ ਵਿੱਚ ਤਾਂ ਉਹਨੂੰ ਸਿੱਖ ਮਾਨਸਿਕਤਾ ਮੁਕੰਮਲ ਵਿਰੋਧ 'ਚ ਮਿਲੂਗੀ। ਇਹਦਾ ਮਤਲਬ ਕਿ ਸਿੱਖ ਮਾਨਸਿਕਤਾ ਦੇ ਖਿਲਾਫ ਜਿਹੜੀ ਵੋਟ ਕੋਈ ਉਹਨਾਂ ਨੇ ਸ਼ਾਇਦ ਨਿਸ਼ਾਨਦੇਹੀ ਕੀਤੀ ਹੋਵੇ ਕਿ ਆਹ ਲੋਕ ਜਿਹੜੇ ਪੰਜਾਬ 'ਚ ਵੈਸੇ ਕਲਚਰ ਨਹੀਂ, ਹਿੰਦੂ ਸਿੱਖ ਵਾਲਾ ਮਸਲਾ ਕਦੇ ਵੀ ਨਹੀਂ। ਜਦੋਂ ਭਾਰ ਅੱਤਵਾਦ ਸੀ, ਜਦੋਂ ਭਾਰ ਖਾੜਕੂਵਾਦ ਸੀ, ਜਦੋਂ ਇੱਥੇ ਬਹੁਤ ਕਾਲਾ ਦੌਰ ਸੀਗਾ, ਮੇਰੇ ਖਿਆਲ ਉਦੋਂ ਵੀ ਕੋਈ ਇੱਕ ਐਸੀ ਘਟਨਾ ਨਹੀਂ ਜਦੋਂ ਆਪਸ ਵਿੱਚ ਦੋ ਫਿਰਕੇ ਭਿੜੇ ਹੋਣ। ਦੇਖੋ ਉਹ ਐਕਸੈਪਸ਼ਨ ਹੋ ਸਕਦੀ ਆ, ਕੋਈ ਵੀ ਕਿਸੇ ਨੂੰ ਬੱਸ ਚੋਂ ਲਾ ਕੇ ਮਾਰਤਾ ਜਾਂ ਕਿਸੇ ਦੇ ਕੋਈ, ਉਹ ਵੱਖਰੀਆਂ ਗੱਲਾਂ ਨੇ, ਉਹਦੀਆਂ ਜ਼ਿੰਮੇਵਾਰੀਆਂ ਕਿਹਨੇ ਲਈਆਂ, ਲੇਕਿਨ ਭਾਈਚਾਰਿਆਂ 'ਚ ਤਰੇੜ ਨਹੀਂ ਆਈ। ਕਿਹੜੀ ਧਿਰ ਆ ਜਿਹੜੀ ਇਹ ਸੋਚਦੀ ਹੋਊਗੀ, ਦੂਰਬੀਨ ਨਾਲ ਵੇਖਦੀ ਹੋਊਗੀ ਕਿ ਸਿੱਖ ਮਾਨਸਿਕਤਾ ਦੇ ਖਿਲਾਫ ਕੋਈ ਐਸੀ ਮਾਨਸਿਕਤਾ ਜਿਹਨੂੰ ਵਰਤਿਆ ਜਾ ਸਕਦਾ ਬਾਬੇ ਨੂੰ ਸਪੋਰਟ ਕਰਕੇ? ਰੰਧਾਵਾ ਜੀ, ਜਿਸ ਅੰਦਾਜ਼ ਦੇ ਵਿੱਚ ਤੁਸੀਂ ਹੁਣੇ ਗੱਲ ਕੀਤੀ ਹੈ, ਇਸ ਗੱਲ ਦਾ ਜਵਾਬ ਵੀ ਤੁਹਾਡੇ ਉਸ ਅੰਦਾਜ਼ ਦੇ ਵਿੱਚ ਹੀ ਹੈਗਾ ਕਿ ਕਿਸ ਪੋਲੀਟੀਕਲ ਪਾਰਟੀ ਨੂੰ ਫਾਇਦਾ ਹੋ ਸਕਦਾ ਬਾਬੇ ਦੀ ਮਦਦ ਕਰਕੇ। ਔਰ ਅੱਜ ਅਗਰ ਬਾਬਾ ਪਿਛਲੇ ਹਫਤੇ 10 ਦਿਨ ਦੇ ਵਿੱਚ 2 ਵਾਰ ਜੇਲ੍ਹ ਤੋਂ ਬਾਹਰ ਆਇਆ, ਉਹ ਕਿਸ ਪੋਲੀਟੀਕਲ ਪਾਰਟੀ ਦੀ ਮਿਹਰਬਾਨੀਆਂ ਕਰਕੇ ਆਇਆ? ਉਹ ਆਫਕੋਰਸ ਸਾਰਿਆਂ ਨੂੰ ਪਤਾ ਹੈ, ਬੀਜੇਪੀ। ਹਰਿਆਣਾ ਦੇ ਵਿੱਚ ਬੀਜੇਪੀ ਚਾਹੇਗੀ ਕਿ ਬਾਬੇ ਦੀ ਸਪੋਰਟ ਲਿੱਤੀ ਜਾਵੇ, ਔਰ ਪੰਜਾਬ ਦੇ ਵਿੱਚ ਸਿੱਖ ਵੋਟਰ ਜੋ ਸ਼ੁਰੂ ਤੋਂ ਮੰਨਿਆ ਜਾਂਦਾ ਸੀਗਾ, ਜਦ ਅਕਾਲੀ ਦਲ ਭਾਜਪਾ ਦਾ ਅਲਾਈਅੰਸ ਹੁੰਦਾ ਸੀਗਾ, ਕਿ ਸਿੱਖ ਵੋਟਰ ਭਾਜਪਾ ਦੇ ਨਾਲ ਨਹੀਂ ਹੁੰਦਾ ਔਰ ਉਹ ਅਕਾਲੀ ਦਲ ਦੇ ਨਾਲ ਹੁੰਦਾ ਹੈ। ਹੁਣ ਵੀ ਭਾਜਪਾ ਨੂੰ ਇਹ ਫਾਇਦਾ ਹੋ ਸਕਦਾ ਹੈ ਕਿ ਜਿਹੜੇ 5% ਵੋਟ ਦੀ ਗੱਲ ਕਰਦੇ ਆ ਮਾਲਵਾ ਦੇ ਵਿੱਚ, ਅਗਰ ਬਾਬੇ ਨੂੰ ਉਹ ਸ਼ੈਲਟਰ ਦਿੰਦੇ ਰਹਿੰਦੇ ਨੇ ਤੇ ਸ਼ਾਇਦ ਕੋਈ ਪੋਲੀਟੀਕਲ ਵਿੰਗ ਤੋਂ ਕੋਈ ਮੈਸੇਜ ਜਾਂ ਕੋਈ ਟੈਕਸਟ ਮੈਸੇਜ ਜਾਂ ਉਹ ਪ੍ਰੇਮੀਆਂ ਨੂੰ ਡਾਇਵਰਟ ਹੋਏ ਜਾਂ ਉਹਨਾਂ ਨੂੰ ਭੇਜਿਆ ਜਾਏ, ਜਿਹਦੇ ਕਰਕੇ ਭਾਜਪਾ ਇਸ ਗੱਲ ਦਾ ਲਾਭ ਚੱਕ ਸਕਦੀ ਹੈ ਔਰ ਲਾਭ ਚੱਕਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਇਹ ਵੈਸੇ ਦਿਲਚਸਪ ਹੋਊਗਾ ਅਗਲੇ ਦਿਨਾਂ 'ਚ ਦੇਖਣਾ। ਅਸੀਂ ਬੀਜੇਪੀ ਨੂੰ ਸਿੱਧਾ ਨਹੀਂ ਕਹਿ ਰਹੇ ਕਿ ਉਹ ਮਦਦ ਕਰਦੇ ਆ, ਹੋ ਸਕਦਾ ਕੋਰਟਾਂ ਦੇ ਰਾਹੀਂ ਕੋਈ ਮਦਦ ਮਿਲਦੀ ਹੋਵੇ, ਔਰ ਨਾ ਸਾਡਾ ਕੋਈ ਐਸਾ ਏਜੰਡਾ ਹੈ ਕਿ ਅਸੀਂ ਕਿਸੇ ਪਾਰਟੀ ਵਿਸ਼ੇਸ਼ ਨੂੰ ਕ੍ਰਿਟਿਸਾਈਜ਼ ਕਰੀਏ। ਸਾਡਾ ਮੁਲਾਂਕਣ ਦਾ ਵਿਸ਼ਾ ਹੈ ਕਿ ਜਿਹੜੀ ਚੀਜ਼ ਇਸ ਖਿੱਤੇ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੀ ਆ, ਉਹਦੇ ਉੱਤੇ ਦੀਰਘ ਦ੍ਰਿਸ਼ਟੀ ਨਾਲ ਜਿੰਨੀ ਕੁ ਸਾਨੂੰ ਸਮਝ ਆਉਂਦੀ ਆ ਉਹਦੀ ਗੱਲ ਕਰ ਸਕੀਏ। ਦੋਸਤੋ, ਅਸੀਂ ਸਮਝਦੇ ਹਾਂ ਕਿ ਇਹ ਪੰਜਾਬ ਗੁਰੂ ਬਾਬਿਆਂ ਦੀ ਧਰਤੀ ਹੈ ਔਰ ਇਹਦੇ ਤੇ ਹਮੇਸ਼ਾ ਕੁਝ ਪੋਜ਼ਿਟਿਵਿਟੀ ਰਹੀ ਹੈ। ਹੁਣ ਵੀ ਰਾਜਨੀਤੀ ਦੇ ਨਾਂ ਤੇ ਜੇਕਰ ਆਪਸੀ ਨੁਕਸਾਨ ਹੁੰਦੇ ਆ, ਬੇਅਦਬੀ ਮਾਮਲਿਆਂ ਦੇ ਦੌਰਾਨ ਤੇ ਉਸ ਤੋਂ ਬਾਅਦ ਤੇ ਹੁਣ ਤੱਕ ਜੋ ਕੁਝ ਵਾਪਰਦਾ ਆ ਰਿਹਾ, ਇਹ ਚੰਗਾ ਨਹੀਂ। ਕਿਸੇ ਵੀ ਫਿਰਕੇ ਲਈ, ਕਿਸੇ ਵੀ ਧਰਮ ਲਈ ਉਹਦੀਆਂ ਭਾਵਨਾਵਾਂ, ਉਹਦੇ ਅੰਦਰ ਦੇ ਜਿਹੜੇ ਉਹਦੀ ਆਸਥਾ ਹੁੰਦੀ ਹੈ, ਉਹਨੂੰ ਸਾਰਿਆਂ ਨੂੰ ਸਨਮਾਨ ਦੇਣਾ ਚਾਹੀਦਾ। ਭਾਰਤੀ ਸੰਵਿਧਾਨ ਕਹਿੰਦਾ ਹੀ ਇਹ ਆ ਕਿ ਤੁਸੀਂ ਆਜ਼ਾਦ ਹੋ ਤੇ ਤੁਹਾਨੂੰ ਹੱਕ ਹੈ ਕਿ ਤੁਸੀਂ ਜਿਹੜੇ ਮਰਜ਼ੀ ਧਰਮ ਨੂੰ ਮੰਨੋ, ਤੇ ਉਹਦਾ ਸਨਮਾਨ ਸੰਵਿਧਾਨਕ ਤੌਰ ਤੇ ਸਾਡੇ ਕੋਲ ਜੋ ਵੀ ਤੰਤਰ ਹੈ, ਪੁਲਿਸ ਦੇ ਰੂਪ ਚ, ਵਿਵਸਥਾ ਦੇ ਰੂਪ ਚ, ਕਰਨਾ ਬਣਦਾ ਹੈ। ਸਵਾਲ ਇਹ ਹੈ ਕਿ ਅਸੀਂ ਰੰਧਾਵਾ ਜੀ ਉਹੀ ਸੰਵਿਧਾਨ ਹੈ ਵੀ ਕਹਿੰਦਾ ਹੈ ਕਿ ਧਰਮ ਦਾ ਰਾਜਨੀਤੀ ਦੇ ਵਿੱਚ ਕੋਈ ਵੀ ਇਸਤੇਮਾਲ ਨਾ ਕਰੇ। ਔਰ ਉਸ ਸੰਵਿਧਾਨ ਦੇ ਵਿੱਚ ਹੀ ਜਿਹੜਾ ਧਰਮ ਦਾ ਰਾਜਨੀਤੀ ਦੇ ਵਿੱਚ ਇਸਤੇਮਾਲ ਪੰਜਾਬ ਦੇ ਵਿੱਚ ਵੀ ਔਰ ਕਈ ਸੂਬਿਆਂ ਦੇ ਵਿੱਚ ਹੁੰਦਾ ਰਿਹਾ। ਮੇਰੀ ਗੱਲ ਇਹ ਨਹੀਂ ਸੀਗੀ ਕਿ ਮੈਂ ਬੀਜੇਪੀ ਨੂੰ ਸਿੱਧਾ ਐਕਿਊਜ਼ ਕਰ ਰਿਹਾ, ਪਰ ਤੁਸੀਂ ਪੋਲੀਟੀਕਲ ਸਮੀਕਰਨ ਜਾਂ ਕਿਹੜੀ ਪੋਲੀਟੀਕਲ ਪਾਰਟੀ ਨੂੰ ਕਿਸ ਗੱਲ ਦਾ ਕਿੰਨਾ ਕੁ ਫਾਇਦਾ ਹੋ ਸਕਦਾ ਹੈ। ਜੇ ਪਿਛੋਕੜ ਦੇਖੀਏ ਕਿ 2014 ਤੋਂ ਪਹਿਲੇ ਬੀਜੇਪੀ ਦੀ ਪੂਰੀ ਕੈਬਨਿਟ ਹਰਿਆਣੇ ਦੀ ਜਿੱਦਾਂ ਹੀ ਕੈਬਨਿਟ ਬਣੀ ਸੀਗੀ, ਸਭ ਤੋਂ ਪਹਿਲੇ ਬਾਬੇ ਦੇ ਦਰਬਾਰ ਦੇ ਵਿੱਚ ਗਏ ਸੀ। ਉਹ ਜਾਣਾ ਹੀ ਸੀ ਜੀ, ਉਹਨਾਂ ਦਾ ਰਹਿਮੋ ਕਰਮ ਸੀਗਾ ਜੀ, ਅਗਲਿਆਂ ਨੇ ਕੁਰਸੀ ਲੈ ਕੇ ਦਿੱਤੀ ਸੀ, ਬਣਦਾ ਹੀ ਸੀਗਾ। ਕਮਾਲ ਕਰਦੇ ਹੋ ਭਾਸਕਰ ਸਾਹਿਬ, ਔਰ ਤੁਹਾਡੇ ਵੀ ਇੱਧਰ ਆਲੇ ਦੁਆਲੇ ਚ ਕਈ ਅਖਬਾਰ ਸਮੂਹ ਉਹਨਾਂ ਦੀਆਂ ਪੌੜੀਆਂ ਚੜ ਜਾਂਦੇ, ਰਵਾਂ ਰਵੀ ਸਾਡੇ ਲੀਡਰ ਏਦਾਂ ਹੀ ਆ, ਬਾਬਿਆਂ ਦੇ ਵੀ ਜਾ ਵੜਦੇ ਆ, ਬਣਦਾ ਹੀ। ਬਿਲਕੁਲ ਰੰਧਾਵਾ ਜੀ, ਤੁਹਾਡੀ ਗੱਲ ਉਹੀ ਗੱਲ ਠੀਕ ਹੈਗੀ ਹੈ ਕਿ ਕਿਉਂ ਉਹਨਾਂ ਦੇ ਰਹਿਮਾਂ ਦੇ ਕਰਕੇ ਹੀ ਬੀਜੇਪੀ ਦੀ ਸਰਕਾਰ ਬਣੀ ਸੀਗੀ। ਤੇ ਹੁਣ ਵੀ ਇਹ ਕੋਸ਼ਿਸ਼ਾਂ ਜਾਰੀ ਹੈ, ਕਿਉਂਕਿ ਜਿਹੜੀ ਗੱਲ ਅਸੀਂ ਬੀਜੇਪੀ ਨੂੰ ਵੀ ਇਹ ਗੱਲ ਕਹਿੰਦੇ ਆ ਕਿ ਬਾਬੇ ਦੀ ਮਦਦ ਕਰਦੇ ਨੇ, ਜੇ
ਪੇਰੋਲ ਦੀ ਗੱਲ ਹੁੰਦੀ ਹੈ ਬਾਬੇ ਦੀ, ਤੇ ਅਨਿਲ ਵਿਜ ਹਰਿਆਣੇ ਦੇ ਜਿਹੜੇ ਗ੍ਰਹਿ ਮੰਤਰੀ ਹੈ, ਉਹਨਾਂ ਦਾ ਬਿਆਨ ਪਹਿਲੇ ਆ ਜਾਂਦਾ ਹੈ ਕਿ ਬਾਬੇ ਦਾ ਹੱਕ ਹੈ ਪੇਰੋਲ ਲੈਣਾ। ਔਰ ਉਸ ਤੋਂ ਬਾਅਦ ਬਾਬੇ ਨੂੰ ਅਚਾਨਕ ਹੀ ਫੈਸਲਾ ਲਿੱਤਾ ਜਾਂਦਾ ਹੈ ਕਿ ਵੀ ਮੈਦਾਂਤਾ ਹਸਪੀਟਲ ਦੇ ਵਿੱਚ ਆਪਣੀ ਮਾਂ ਦਾ ਹਾਲ ਪੁੱਛਣ ਵਾਸਤੇ ਜਾਂਦੇ ਨੇ। ਫਿਰ ਇੱਕ ਕੋਵਿਡ ਪੋਜ਼ਿਟਿਵ ਰਿਪੋਰਟ ਆਉਂਦੀ ਹੈ, ਉਹ ਜਾਂਦੇ ਨੇ ਉੱਥੇ, ਔਰ ਅਗਲੇ ਦਿਨ ਹੀ ਉਹ ਕੋਵਿਡ ਪੋਜ਼ਿਟਿਵ ਰਿਪੋਰਟ ਨੈਗੇਟਿਵ ਹੁੰਦੀ ਹੈ। ਉਸ ਤੋਂ ਬਾਵਜੂਦ ਉਹ ਮੈਦਾਂਤਾ ਹਸਪੀਟਲ ਦੇ ਵਿੱਚ ਐਡਮਿਟ ਹੁੰਦੇ ਨੇ। ਹਨੀਪ੍ਰੀਤ ਉਹਨਾਂ ਦਾ ਉੱਥੇ ਅਟੈਂਡੈਂਟ ਬਣ ਕੇ ਰਹਿਣਾ, ਇਹ ਸਾਰੀ ਗੱਲਾਂ ਕਿਸੇ ਨਾ ਕਿਸੇ ਜਗ੍ਹਾ ਭਾਜਪਾ ਦੀ ਮਿਹਰਬਾਨੀਆਂ ਦੇ ਉੱਤੇ ਡਿਪੈਂਡ ਕਰਦੀ ਹੈ। ਫਿਰ ਵੀ ਅਸੀਂ ਬੀਜੇਪੀ ਨੂੰ ਜੀ ਇਹ ਵਿਜ ਵਰਗੇ ਲੀਡਰ ਭੁੱਲ ਜਾਂਦੇ ਆ ਕਿ ਬਾਬਾ ਕੋਈ ਰਾਜਨੀਤਿਕ ਸ਼ਰਨ ਨਹੀਂ ਜਾਂ ਕੋਈ ਰਾਜਨੀਤਿਕ ਜਿਹੜੀ ਜੇਲ੍ਹ ਨਹੀਂ ਭੁਗਤ ਰਿਹਾ। ਬਾਬੇ ਨੂੰ ਬੜੀ ਸਖਤ ਸਜ਼ਾਵਾਂ ਕਿਸੇ ਬਹੁਤ ਕੁਕਰਮ ਤਹਿਤ ਮਿਲੀਆਂ ਨੇ, ਭਾਰਤੀ ਸੰਵਿਧਾਨ ਦੀਆਂ ਧਾਰਾਵਾਂ ਥੱਲੇ ਮਿਲੀਆਂ ਨੇ। ਜੇ ਅਸੀਂ ਫਿਰ ਵੀ ਐਸੇ ਲੋਕਾਂ ਨੂੰ ਸਪੋਰਟ ਕਰਦੇ ਹਾਂ ਤੇ ਨੈਤਿਕ ਤੌਰ ਤੇ ਔਰ ਅਖਲਾਕੀ ਤੌਰ ਤੇ ਅਸੀਂ ਕਿੱਥੇ ਖੜੇ ਆ, ਇਹ ਸਮਝ ਸਕਣਾ ਕੋਈ ਔਖਾ ਨਹੀਂ। ਅਸੀਂ ਹੁਣ ਗਾਂਹ ਜੇ ਤੁਰੀਏ, ਵੈਸੇ ਭਾਸਕਰ ਸਾਹਿਬ ਪੰਜਾਬ ਦੀ ਰਾਜਨੀਤੀ ਤਾਂ ਐ ਤਿਲਕਵੀਂ ਆ ਵੀ ਉਹ ਕਹਿੰਦੇ ਆ ਵੀ ਸੌਣ ਭਾਦੋਂ ਦਾ, ਚਲੋ ਛੱਡ ਦਿੰਦੇ ਆਪਾਂ, ਕਾਹਤੋਂ ਮੁਹਾਵਰਿਆਂ 'ਚ ਜਾਣਾ। ਮੈਂ ਸਿੱਧਾ ਜਿਹਾ ਪੁੱਛਦਾ ਹਾਂ ਕਿ ਜਦੋਂ 3 MP ਮਿਲਦੇ ਆ, ਜਸਬੀਰ ਸਿੰਘ ਡਿੰਪਾ ਖਡੂਰ ਸਾਹਿਬ ਵਾਲੇ, ਤੇ ਨਾਲ ਹੀ ਗੁਰਜੀਤ ਸਿੰਘ ਔਜਲਾ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ MP, ਤੇ ਤੀਜੇ ਰਵਨੀਤ ਸਿੰਘ ਬਿੱਟੂ ਲੁਧਿਆਣੇ ਵਾਲੇ, ਨਾਲ ਉਹਨਾਂ ਦੇ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਖਾਸ ਨੇ, ਉਹ ਖੜੇ ਨੇ। ਇਹ ਮੁਲਾਕਾਤ ਤਾਂ ਰਸਮੀ ਸੀ ਚਾਹੇ ਗੈਰ ਰਸਮੀ ਸੀ, ਮੁਸਕਰਾਹਟਾਂ ਇਹ ਦੱਸਦੀਆਂ ਕਿ ਅੰਦਰ ਕਾਫੀ ਹਾਸਾ ਠੱਠਾ ਚੱਲਿਆ ਹੈ। ਤੇ ਇਹ ਵੀ ਕਿ ਰਾਤ ਅੰਦਰ ਹੈਗੀ ਬਹੁਤੀ ਪਰੇਸ਼ਾਨੀ ਲੱਗਦੀ ਨਹੀਂ। ਮੈਨੂੰ ਲੱਗਦਾ ਸੁਨੇਹਾ ਕਿਤੇ ਹੋਰ ਲਾਇਆ ਜਾ ਰਿਹਾ। ਉਹ ਜਿਹੜੇ ਬਹੁਤ ਆਪਣੇ ਸੀ ਜਿਨ੍ਹਾਂ ਨੂੰ ਖੜਾ ਕੀਤਾ ਸੀ, ਉਹਨਾਂ ਦਾ ਦੂਰ ਚਲੇ ਜਾਣ ਨਾਲ ਮੈਨੂੰ ਲੱਗਦਾ ਗੁਰਜੀਤ ਸਿੰਘ ਔਜਲੇ ਵਰਗਿਆਂ ਦੀ ਵੱਡੀ ਲਾਟਰੀ ਲੱਗੀ, ਜਿਨ੍ਹਾਂ ਨੂੰ MP ਹੁੰਦਿਆਂ ਕੋਈ MLA ਆਪਣੇ ਹਲਕੇ 'ਚ ਬਣ ਨਹੀਂ ਦਿੰਦਾ। ਆਖੇ ਇਹ ਤਾਂ ਮੇਰੀ ਸਲਤਨਤ ਆ। ਵੈਸੇ ਤੇ ਸਾਰੇ ਹੀ MPs ਦਾ ਹਾਲ ਇਹ ਆ ਕਿ MLA ਕਹਿੰਦੇ ਨਾ ਭਾਈ, ਸਾਡੇ ਕਿਸੇ ਸਰਪੰਚ ਦੇ ਘਰ ਅਫਸੋਸ ਕਰਨ ਵੀ ਜਾਣਾ ਨਾ ਤੇ ਪੁੱਛ ਕੇ ਜਾਈ, ਸਾਡੇ ਹਲਕੇ 'ਚ ਨਾ ਵੜੀ। ਸੋ ਮੈਨੂੰ ਇੰਝ ਲੱਗਦਾ ਕਿ MP ਵਿਚਾਰੇ ਐਡਾ ਵੱਡਾ ਕੌਂਸਟੀਟੂਐਂਸੀ ਦੇ ਮਾਲਕ ਹੁੰਦੇ ਆ, 10 ਲੱਖ ਵੋਟ ਲੈ ਕੇ ਆਉਂਦੇ ਆ, ਲੇਕਿਨ ਅਖੀਰ ਦੇ ਵਿੱਚ ਉਹਨਾਂ ਨੂੰ ਕਿਸੇ ਪਿੰਡ 'ਚ ਜਾਂ ਕਿਸੇ ਮੁਹੱਲੇ 'ਚ ਜਾਣਾ ਵੀ ਨਸੀਬ ਨਹੀਂ ਹੁੰਦਾ, ਕਿਉਂਕਿ ਉਹ ਕਿਸੇ MLA ਦਾ ਹੁੰਦਾ। ਸੋ ਮੈਨੂੰ ਲੱਗਦਾ ਕਿ ਉਹ ਦੇਰ ਸਵੇਰ ਕਿਸੇ ਨਾ ਕਿਸੇ ਤਰੀਕੇ ਨਾਲ ਸੁਣੀ ਜਾਂਦੀ ਹੈ ਬੰਦੇ ਦੀ। ਤੁਸੀਂ ਇੱਥੇ ਕੀ ਟਿੱਪਣੀ ਦਿੰਦੇ ਹੋ? ਆ ਜਿਹੜੇ ਤਿੰਨੋਂ MPs ਦੇ ਨਾਂ ਲੈ ਰਹੇ ਹੋ ਤੁਸੀਂ, ਰਵਨੀਤ ਬਿੱਟੂ, ਉਹਨਾਂ ਨੂੰ ਥੋੜੇ ਦਿਨ ਪਹਿਲੇ ਤੁਸੀਂ ਦੇਖਿਆ ਹੋਏਗਾ ਕਿ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਉਹਨਾਂ ਨੇ ਕੀ ਕੁਝ ਕਿਹਾ ਸੀਗਾ। ਔਰ ਇੱਥੇ ਤੱਕ ਕਿ ਕੈਪਟਨ ਸਾਹਿਬ ਨੂੰ ਇੱਕ ਤਰੀਕੇ ਦਾ ਅਲਟੀਮੇਟਮ ਵੀ ਦਿੱਤਾ ਸੀਗਾ ਕਿ ਇਹ ਬੇਅਦਬੀਆਂ ਦੇ ਮੁੱਦੇ ਤੇ ਜਾਂ ਬੇਬਲ ਕਲਾਂ ਫਾਇਰਿੰਗ ਦੇ ਮੁੱਦੇ ਤੇ ਅਗਰ ਕੈਪਟਨ ਸਾਹਿਬ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ ਜਾਂ ਉਹਨਾਂ ਦੀ ਇਨਵੈਸਟੀਗੇਸ਼ਨ ਕਿਸੇ ਨਤੀਜੇ ਤੇ ਨਹੀਂ ਪਹੁੰਚਦੀ ਤੇ ਇਹਦਾ ਖਮਿਆਜ਼ਾ ਭੁਗਤਣਾ ਪਏਗਾ, ਕਿਉਂਕਿ ਕ੍ਰੈਡਿਟ ਵੀ ਕੈਪਟਨ ਸਾਹਿਬ ਨੇ ਲਿੱਤਾ ਸੀਗਾ ਤੇ ਡਿਸਕ੍ਰੈਡਿਟ ਵੀ ਕੈਪਟਨ ਸਾਹਿਬ ਨੂੰ ਲੈਣਾ ਪਏਗਾ। ਇਹ ਬੋਲ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਸੀਗੇ। ਔਰ ਔਜਲਾ ਸਾਹਿਬ ਦੀ ਗੱਲ ਤਾਂ ਤੁਸੀਂ ਦੱਸ ਹੀ ਦਿੱਤੀ ਕਿ ਕਿੱਦਾਂ ਉਹਨਾਂ ਨੂੰ ਖੁੱਡੇ ਲਾਈਨ ਲਾਇਆ ਹੋਇਆ ਸੀਗਾ। ਔਰ ਡਿੰਪਾ ਉਹਨਾਂ ਕਾਫੀ ਸਾਲਾਂ ਤੱਕ ਇੱਕ ਸਿਆਸੀ ਗੁਮਨਾਮੀ ਨੂੰ ਝੇਲ ਰਹੇ ਸੀਗੇ। ਚਲੋ ਐਤਕੀ MP ਦੀ ਟਿਕਟ ਮਿਲੀ ਤਾਂ ਜਿੱਤ ਗਏ। ਔਰ ਇਹ ਤਿੰਨੋਂ MPਆਂ ਦਾ ਕੈਪਟਨ ਸਾਹਿਬ ਨਾਲ ਮਿਲਣਾ, ਉਹ ਆਪਣੇ ਆਪ ਵਿੱਚ, ਜਿੱਦਾਂ ਅਸੀਂ ਰਾਜਨੀਤੀ ਦੇ ਵਿੱਚ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੇ, ਉਹੀ ਗੱਲ ਨਜ਼ਰ ਆਉਂਦੀ ਹੈ ਕਿ ਇਹ ਜਿਹੜੇ ਕੈਪਟਨ ਸਾਹਿਬ ਦੇ ਖਾਤੇ 'ਚ ਨਹੀਂ ਬੋਲਦੇ ਸੀ MP, ਉਹਨਾਂ ਤਿੰਨਾਂ MPਆਂ ਦਾ ਮਿਲਣਾ, ਉਹਦੀ ਫੋਟੋ ਨੂੰ ਲੀਕ ਕਰਨਾ ਔਰ ਇਹ ਗੱਲ ਕਹਿਣੀ ਵੀ ਸਭ ਕੁਝ ਠੀਕ ਚੱਲ ਰਿਹਾ। ਤੇ ਨਹੀਂ ਮੈਂ ਭਾਸਕਰ ਸਾਹਿਬ ਵਿੱਚ ਦਖਲ ਦੇ ਦਿਆਂ, ਗੱਲ ਬੜੀ ਅਹਿਮ ਆ। ਗੱਲ ਇਹ ਹੈ ਕਿ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਬਹੁਤ ਫਸੇ ਹੋਏ ਸੀ, 3 ਮੈਂਬਰੀ ਕਮੇਟੀ ਦੇ ਸਾਹਮਣੇ MLA ਵੜਦੇ ਸੀ ਤੇ ਨਿਕਲ ਆਉਂਦੇ ਸੀ, MP ਵੜਦੇ ਸੀ ਤੇ ਨਿਕਲ ਆਉਂਦੇ ਸੀ, ਤੇ ਇੱਧਰ ਕੈਪਟਨ ਕੈਂਪ ਦੇ ਵਿੱਚ ਧੱਕ ਹੁੰਦੀ ਸੀ ਦਿਲ 'ਚ ਕਿ ਪਤਾ ਨਹੀਂ ਕਿਹੜਾ ਕੀ ਉੱਥੇ ਕਰਾਇਆ। ਸੁਣਿਆ ਡਿੰਪਾ ਤਾਂ ਉਦੋਂ ਸ਼ਾਇਦ ਉਹਨਾਂ ਦੇ ਮਦਰ ਦੀ ਡੈਥ ਹੋਈ ਸੀਗੀ, ਉਹ ਇਸ ਕਰਕੇ ਨਹੀਂ ਗਏ, ਸ਼ਾਇਦ ਟੈਲੀਫੋਨਿਕਲੀ ਉਹਨਾਂ ਨੇ ਗੱਲ ਕੀਤੀ, ਗੱਲ ਠੋਕ ਕੇ ਕਹਿੰਦੇ ਕੀਤੀ ਕੈਪਟਨ ਦੇ ਹੱਕ 'ਚ। ਲੇਕਿਨ ਬਿੱਟੂ, ਰਵਨੀਤ ਔਰ ਗੁਰਜੀਤ ਔਜਲਾ ਉੱਥੇ ਜ਼ੋਰ ਦੇ ਕੇ ਕਹਿ ਕੇ ਆਏ ਸੀਗੇ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਹਾਂ ਜਾਂ ਨਹੀਂ, ਲੇਕਿਨ ਕਾਂਗਰਸ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਰਕੇ ਖੜੀ ਆ ਔਰ ਅਸੀਂ ਉਹਦੇ ਇਸ ਵੇਲੇ ਇਸ ਸਥਿਤੀ ਦੇ ਵਿੱਚ ਅਸੀਂ ਉਹਦੇ ਨਾਲ ਖੜੇ ਆ। ਜਦੋਂ 2 ਮਾਝੇ ਦੇ ਵੱਡੇ ਮੰਤਰੀ ਉੱਥੇ ਸਪੋਰਟ ਕਰਨ ਦੀ ਬਜਾਏ ਵਿਰੋਧ ਕਰਕੇ ਆਏ ਸੀ, ਇਹ ਗੱਲ ਨਿਖਰ ਕੇ ਬਾਹਰ ਆਈ। ਉਹਨਾਂ ਨੇ ਬਾਹਰ ਆ ਕੇ MLAs ਨਾਲ ਵੀ ਕੀਤੀ ਜਿੱਥੋਂ ਲੀਕ ਹੋਈ, ਔਰ ਕੈਪਟਨ ਅਮਰਿੰਦਰ ਸਿੰਘ ਨੇ ਇਹਦਾ ਬੁਰਾ ਵੀ ਮਨਾਇਆ ਸੀ। ਮੈਨੂੰ ਇੰਝ ਲੱਗਦਾ ਕਿ ਜਿਹੜਾ ਜੈਸਚਰ ਜਿਹੜਾ ਇਹਨਾਂ 3 MPs ਨੇ ਦਿੱਲੀ 'ਚ ਕੈਪਟਨ ਦੇ ਹੱਕ 'ਚ ਵਿਖਾਇਆ ਸੀ, ਉਸ ਤੋਂ ਬਾਅਦ ਸ਼ਾਇਦ ਸ਼ੰਗਰੀਲਾ ਹੋਟਲ 'ਚ ਜਾਂ ਕਪੂਰਥਲਾ ਹਾਊਸ ਵਿੱਚ ਵੀ ਇਹਨਾਂ ਨਾਲ ਲੰਚ ਡਿਨਰ ਹੋਏ ਸੀ ਤਿੰਨਾਂ ਨਾਲ। ਮੇਰੀ ਗੱਲ ਵੀ 1-2 ਲੋਕਾਂ ਨਾਲ ਹੋਈ ਹੈ, ਮੈਂ ਇਹ ਕਨਫਰਮ ਵੀ ਕਰ ਰਿਹਾ। ਔਰ ਅੱਜ ਫਿਰ ਇੱਕ ਤਰ੍ਹਾਂ ਨਾਲ
ਜਿਨ੍ਹਾਂ ਨੂੰ ਕਦੇ ਮੁੱਖ ਮੰਤਰੀ ਦੀ ਰਿਹਾਇਸ਼ ਵਿੱਚ ਬਣਨ ਲੱਗਿਆਂ 100 ਪਾਪੜ ਵੇਲਣੇ ਪੈਂਦੇ ਸੀ, ਆਖਰ ਫੋਨ ਤੱਕ ਨਹੀਂ ਸੀ ਚੁੱਕੇ ਜਾਂਦੇ। ਅੱਜ ਉਹਨਾਂ ਦਾ ਇੰਨੇ ਖੁਸ਼ ਮਿਜਾਜ ਚ ਮਿਲਣ ਦਾ ਮਤਲਬ ਹੈ ਕਿ ਜੇ ਉੱਥੇ ਅਹਿਸਾਨ ਕੀਤਾ ਹੈ ਤੇ ਉਹਦਾ ਮੁੱਲ ਇੱਥੋਂ ਮਿਲ ਰਿਹਾ। ਕੈਪਟਨ ਸਾਹਿਬ ਨੇ ਕਲੀਅਰ ਕਰਤਾ ਕਿ ਭਾਈ ਮੇਰੇ ਖੇਮੇ ਚ ਆਓਗੇ ਤਾਂ ਨਜ਼ਾਰੇ ਲਓਗੇ। ਦੂਜੀ ਗੱਲ ਰੰਧਾਵਾ ਜੀ, ਸਭ ਤੋਂ ਜ਼ਿਆਦਾ ਸਮਝਣ ਵਾਲੀ ਇਹ ਵੇ ਕਿ ਇਹ ਜਿਹੜੇ ਤਿੰਨੋਂ ਐਮਪੀ ਨੇ, ਖਾਸ ਕਰਕੇ ਰਵਨੀਤ ਬਿੱਟੂ ਹੋਣ, ਉਹ ਕਦੀ ਵੀ ਨਹੀਂ ਚਾਹਣਗੇ ਕਿ ਸਿੱਧੂ ਨੂੰ ਕੋਈ ਵੱਡੀ ਪੋਸਟ ਮਿਲੇ। ਉਹਦਾ ਕਾਰਨ ਹੈ ਕਿ ਉਹ ਹਮੇਸ਼ਾ ਇਸ ਗੱਲ ਨੂੰ ਕਹਿੰਦੇ ਰਹੇ ਨੇ ਕਿ ਵੀ ਸਿੱਧੂ ਹਜੇ ਤੱਕ ਕੱਲ ਦਾ ਆਇਆ ਹੋਇਆ ਕਾਂਗਰਸ ਵਿੱਚ, ਇਹ ਕਿਹੜੀ ਪੋਸਟ ਨੂੰ ਭਾਲਦਾ ਹੈ। ਔਰ ਜਦ ਇਸ ਜਿਹੜੀ 3 ਮੈਂਬਰੀ ਕਮੇਟੀ ਦੀ ਰਿਪੋਰਟਾਂ ਦੀ ਗੱਲ ਚੱਲਦੀ ਹੈ, ਉਹਦੇ ਵਿੱਚ ਹਮੇਸ਼ਾ ਇੱਕੋ ਹੀ ਗੱਲ ਚੱਲਦੀ ਹੈ ਵੀ ਸਿੱਧੂ ਨੂੰ ਡਿਪਟੀ ਸੀਐਮ ਲਾ ਦਾਂਗੇ, ਸਿੱਧੂ ਨੂੰ ਪੀਪੀਸੀਸੀ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਤੇ ਉਹਦੇ ਵਿੱਚ ਇਹਨਾਂ ਤਿੰਨੋਂ ਐਮਪੀਆਂ ਦਾ ਕੋਈ ਰੀਹੈਬਿਲਿਟੇਸ਼ਨ, ਜਾਂ ਅਗਰ ਸਿੱਧੂ ਵਾਕਈ ਕਿਸੇ ਵੱਡੀ ਪੋਸਟ ਤੇ ਲੱਗ ਜਾਂਦਾ ਹੈ ਤੇ ਇਹਨਾਂ ਤਿੰਨਾਂ ਦਾ ਕੀ ਹੋਏਗਾ। ਹੁਣ ਗੱਲ ਔਜਲਾ ਸਾਹਿਬ ਦੀ ਗੱਲ ਕਰੀਏ ਤੇ ਉਸ ਤੋਂ ਪਹਿਲੇ ਐਮਪੀ ਹੁੰਦੇ ਸੀਗੇ ਅੰਮ੍ਰਿਤਸਰ ਦੇ ਸਿੱਧੂ ਹੋਣਾ। ਜੇ ਸਿੱਧੂ ਉਹਨਾਂ ਦਾ ਕੱਦ ਉੱਚਾ ਹੁੰਦਾ ਤੇ ਆਟੋਮੈਟਿਕਲੀ ਔਜਲਾ ਸਾਹਿਬ ਦਾ ਕੱਦ ਥੱਲੇ ਹੁੰਦਾ। ਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਵਾਸਤੇ ਵੀ ਇੱਕ ਪੋਲੀਟੀਕਲ ਕੰਪਲਸ਼ਨ ਹੈਗਾ ਕਿ ਕਿਸੇ ਵੀ ਤਰੀਕੇ ਨਾਲ ਸਿੱਧੂ ਦੀ ਐਲੀਵੇਸ਼ਨ ਨੂੰ ਰੋਕੀਏ। ਤੇ ਤੀਜੇ ਪਾਸੇ ਦੂਜੀ ਗੱਲ, ਰਵਨੀਤ ਬਿੱਟੂ ਔਰ ਨਵਜੋਤ ਸਿੰਘ ਸਿੱਧੂ ਅਗਲੀ ਪੀੜ੍ਹੀ ਦੀ ਲੀਡਰਸ਼ਿਪ ਚ ਆਉਂਦੇ ਆ। ਅਗਲੀ ਪੀੜ੍ਹੀ ਦੀ ਲੀਡਰਸ਼ਿਪ ਦਾ ਜਿਹੜਾ ਅੱਗੇ ਮੂਹਰੇ ਆਉਣ ਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕੌਣ, ਉਹ ਲੜਾਈ ਬੜੀ ਜਾਇਜ਼ ਆ ਕਿ ਜੇ ਸਿੱਧੂ ਆ ਜਾਂਦਾ ਤੇ ਫਿਰ ਮੁੜ ਕੇ ਰਵਨੀਤ ਬਿੱਟੂ ਅਗਲੇ 20 ਸਾਲਾਂ ਲਈ ਕਾਂਗਰਸ ਪਿੱਛੇ ਧੱਕੇ ਜਾਂਦੇ ਆ। ਸੋ ਮੈਨੂੰ ਲੱਗਦਾ ਕਿ ਇਹ ਨਿੱਜੀ ਲੜਾਈ ਜਿਹੜੀ ਹੁਣ ਦੁਸ਼ਮਣ ਦਾ ਦੁਸ਼ਮਣ ਦੋਸਤ ਵਾਲੀ ਗੱਲ, ਤੁਸੀਂ ਉਹ ਇਸ਼ਾਰਾ ਕਰ ਰਹੇ ਹੋ। ਬਿਲਕੁਲ, ਦੁਸ਼ਮਣ ਦਾ ਦੁਸ਼ਮਣ ਦੋਸਤ। ਔਰ ਤੁਸੀਂ ਇਹ ਦੇਖੋ, ਕੈਪਟਨ ਸਾਹਿਬ ਨੂੰ ਇਸ ਪੂਰੇ ਜਿਹੜੇ ਘਮਾਸਾਨ ਦੇ ਵਿੱਚ ਜਾਂ ਜੋ ਵੀ ਕੁਝ ਹੋਇਆ, ਇਹਦੇ ਵਿੱਚ ਤਕਰੀਬਨ 3 ਤੋਂ 5 ਕੈਂਡੀਡੇਟ ਸੀਐਮ ਦੀ ਪੋਸਟ ਨੂੰ ਭਾਲਦੇ ਸੀਗੇ। ਇੱਕ ਤੇ ਚਲੋ ਰਵਨੀਤ ਬਿੱਟੂ ਉਹਨਾਂ ਦਾ ਨਾਂ ਤੇ ਲਿਆ ਹੀ ਅਸੀਂ, ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੂੰ ਵੀ ਲੱਗਦਾ ਕਿ ਸ਼ਾਇਦ ਮੇਰਾ ਦਾ ਲੱਗ ਜੂਗਾ। ਤੀਜੇ ਪਾਸੇ ਚੰਨੀ ਹੋਣਾ ਕਿ ਦਲਿਤ ਕਾਰਡ ਖੇਡਿਆ ਗਿਆ ਤੇ ਸ਼ਾਇਦ ਮੇਰੀ ਨਜ਼ਦੀਕੀਆਂ ਜਿਹੜੀ ਦਿੱਲੀ ਦਰਬਾਰ ਦੇ ਨਾਲ ਸੀਗੀ, ਉਹਦਾ ਫਾਇਦਾ ਮੈਨੂੰ ਮਿਲ ਸਕਦਾ ਤੇ ਮੇਰਾ ਵੀ ਦਾ ਲੱਗ ਸਕਦਾ ਕਿ ਮੈਂ ਸੀਐਮ ਬਣ ਜਾਵਾਂ। ਔਰ ਦੂਜੇ ਪਾਸੇ ਸੁਖਜਿੰਦਰ ਰੰਧਾਵਾ ਹੋਣਾ, ਉਹਨਾਂ ਨੂੰ ਵੀ ਇਹ ਲੱਗਦਾ ਹੈ ਕਿ ਵੀ ਸ਼ਾਇਦ ਇਹ ਸਾਰਿਆਂ ਦੇ ਵਿੱਚ ਕੰਪਰੋਮਾਈਜ਼ਿੰਗ ਕੈਂਡੀਡੇਟ ਮੈਂ ਬਣ ਕੇ ਉੱਭਰ ਆਵਾਂ ਤੇ ਮੇਰਾ ਦਾ ਲੱਗ ਜੂਗਾ। ਤੇ ਇਹਨਾਂ ਪੰਜਾਂ ਦਾ ਇੱਕ ਮੰਚ ਤੇ ਇਕੱਠੇ ਤੇ ਹੋਣਾ, ਪਰ ਇੱਕ ਦੂਜੇ ਦੀ ਟੰਗਾ ਖਿੱਚਣਾ, ਇਹ ਵੀ ਬੜਾ ਇੱਕ ਸੁਭਾਵਿਕ ਜਿਹਾ ਹੈਗਾ, ਕਿਉਂਕਿ ਇਹਨਾਂ ਵਿੱਚੋਂ ਇੱਕ ਵੀ ਉੱਤੇ ਉੱਠਿਆ ਤੇ 4 ਥੱਲੇ ਜਾਣਗੇ। ਤੇ ਉਹ 4 ਜਿਹੜੇ ਥੱਲੇ ਜਾਣਗੇ ਉਹ ਕਦੀ ਵੀ ਨਹੀਂ ਚਾਹਣਗੇ ਕਿ ਸਾਡੇ ਪੰਜਾਂ ਵਿੱਚੋਂ ਕਿ ਉੱਤੇ ਜਾਏ। ਉਹ ਸਭ ਕੁਝ ਜਿਹੜਾ ਹੁੰਦਾ ਹੈ ਉਹਨਾਂ ਨੂੰ ਆਪਣੇ, ਉਹ ਕਹਿੰਦੇ ਨਾ, ਉਹ 3 ਇਡੀਅਟ ਫਿਲਮ ਚ ਕਹਿੰਦੇ ਵੈਸੇ ਜੇ ਦੋਸਤ ਫਸਟ ਆ ਜੇ ਤੇ ਜ਼ਿਆਦਾ ਪਰੇਸ਼ਾਨੀ ਹੁੰਦੀ। ਸੋ ਮੈਨੂੰ ਉਹੀ ਗੱਲ ਲੱਗਦੀ ਹੈ ਕਿ ਇਹਨਾਂ ਨੂੰ ਫਿਰ ਲੱਗਦਾ ਵੀ ਸਾਡੇ 4 ਨਾਲੋਂ, ਕਿਉਂਕਿ ਇਹਨਾਂ 4 ਚੋਂ ਕੋਈ ਬਣਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਹੀ ਰਹਿ ਜਾਏ ਤੇ ਸਾਨੂੰ ਵਾਰਾ ਖਾਂਦਾ, ਚਲੋ ਫਿਰ ਕਿਤੇ ਵਾਰੀ ਆ ਜਾਊ। ਕੰਪਰੋਮਾਈਜ਼ਿੰਗ ਵੀ ਦੀ ਇੱਕ ਚੀਜ਼ ਹੁੰਦੀ ਹੈ, ਕਿਉਂਕਿ ਦੇਖੋ ਸੁਖਜਿੰਦਰ ਰੰਧਾਵਾ ਉਹਨਾਂ ਦਾ ਕੈਪਟਨ ਸਾਹਿਬ ਦੇ ਨਾਲ ਅੱਛਾ ਇੱਕ ਸੁਭਾਅ ਜਾਂ ਕਹੀਏ ਮਿਲਨਸਾਰ, ਜਾਂ ਇੱਕ ਉਹਨਾਂ ਦੀ ਇਕੁਏਸ਼ਨ ਬੜੀ ਚੰਗੀ ਚੱਲਦੀ ਹੁੰਦੀ ਸੀ। ਅਚਾਨਕ ਏਦਾਂ ਦਾ ਕੀ ਹੋਇਆ ਕਿ ਪਿਛਲੇ 3-4 ਮਹੀਨਿਆਂ ਦੇ ਵਿੱਚ ਸੁਖਜਿੰਦਰ ਰੰਧਾਵਾ ਉਹਨਾਂ ਖੁੱਲ ਕੇ ਬੋਲੇ। ਹਾਲਾਂਕਿ ਖੁੱਲ ਕੇ ਤਾਂ ਉਹ ਵਿਧਾਨ ਸਭਾ ਦੇ ਵਿੱਚ ਵੀ ਬੋਲੇ ਸੀਗੇ, ਜਦ ਉਹਨਾਂ ਨੇ ਮਜੀਠੀਆ ਉਹਨਾਂ ਦੇ ਖਿਲਾਫ ਡਰੱਗ ਦੇ ਮੁੱਦੇ ਤੇ ਕੋਈ ਕੇਸ ਨਾ ਦਰਜ ਕਰਨ ਵਾਸਤੇ ਉਹਨਾਂ ਨੇ ਕਿਹਾ ਸਾਡੀ ਸਰਕਾਰ ਹੀ ਨਿਕੰਮੀ ਹੈ। ਔਰ ਇਹ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਸੀਗਾ। ਉਸ ਤੋਂ ਬਾਅਦ ਕ੍ਰਿਟਿਸਿਜ਼ਮ ਵੀ ਹੋਇਆ ਕਿ ਆਪਣੀ ਸਰਕਾਰ ਨੂੰ ਹੀ ਅਗਰ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨਿਕੰਮੀ ਕਹਿ ਰਹੇ ਨੇ। ਪਰ ਨਾਲ ਦੇ ਨਾਲ ਜਦ ਸਿੱਧੂ ਦੇ ਐਲੀਵੇਸ਼ਨ ਦੀ ਗੱਲ ਚੱਲੀ ਜਾਂ ਸਿੱਧੂ ਦੇ ਕੈਪਟਨ ਦੇ ਵਿਰੋਧ ਦੀ ਗੱਲ ਚੱਲੀ, ਤੇ ਕਈ ਵਾਰ ਏਦਾਂ ਦੇ ਮੌਕੇ ਆਏ ਕਿ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਸਿੱਧੂ ਨੂੰ ਕ੍ਰਿਟਿਸਾਈਜ਼ ਕੀਤਾ ਸੀਗਾ। ਪਰ ਅੱਜ ਸਾਰੇ ਇੱਕ ਮੰਚ ਤੇ ਇਕੱਠੇ ਨੇ। ਬਾਜਵਾ ਸਾਹਿਬ ਤੋਂ ਕਦੀ ਤੁਸੀਂ ਸਿੱਧੂ ਦੀ ਗੱਲ ਕਰਕੇ ਦੇਖ ਲਓ ਵੀ ਸਿੱਧੂ ਨੂੰ ਅਗਰ ਡਿਪਟੀ ਸੀਐਮ ਬਣਾਇਆ ਜਾਂਦਾ ਹੈ ਜਾਂ ਸੀਐਮ ਬਣਾਇਆ ਜਾਂਦਾ ਤੇ ਤੁਹਾਨੂੰ ਕੋਈ ਆਬਜੈਕਸ਼ਨ, ਉਹ ਇਸ ਗੱਲ ਦਾ ਜਵਾਬ ਕਦੀ ਦਿੰਦੇ ਹੀ ਨਹੀਂ। ਉਹ ਕਹਿੰਦੇ ਜੀ ਇਹ ਗੱਲਾਂ ਤੋਂ ਬਾਅਦ ਚੋਂ ਦੇਖਾਂਗੇ, ਕਿਹਨੂੰ ਬਣਾਇਆ ਜਾਏਗਾ ਕਿਹਨੂੰ ਨਹੀਂ ਬਣਾਇਆ ਜਾਏਗਾ। ਇੱਥੇ ਤੁਸੀਂ ਬੜੀ ਸੋਹਣੀ ਗੱਲ ਕਰ ਲਈ। ਇੱਥੇ ਮੈਂ ਤੁਹਾਨੂੰ ਇੱਕ ਹੋਰ ਯਾਦ ਕਰਾ ਦਿਆਂ ਕਿ ਜਦੋਂ ਪਹਿਲੇ ਦਿਨ ਨਵਜੋਤ ਸਿੰਘ ਸਿੱਧੂ ਔਰ ਇਹ ਬਾਕੀ ਸਾਰੇ ਦੇ ਸਾਰੇ ਪੰਚਕੂਲੇ ਚ ਮਿਲੇ ਸੀਗੇ, ਉਹ ਸਭ ਤੋਂ ਪਹਿਲੀ ਮੀਟਿੰਗ ਸੀ ਜਿਹੜੀ ਇਹਨਾਂ ਦੀ ਸੀਗੀ, ਬਾਗੀਆਂ ਦੀ, ਰੌਲਾ ਬੜਾ ਪਿਆ। ਲੇਕਿਨ ਉਹ ਤੋਂ ਅਗਲੇ ਹੀ ਦਿਨ ਤੁਰੰਤ ਪ੍ਰਭਾਵ ਨਾਲ ਦਿੱਲੀ ਤੋਂ ਨਵਨੀਤ ਬਿੱਟੂ ਔਰ ਪ੍ਰਤਾਪ ਸਿੰਘ ਬਾਜਵਾ ਦੌੜ ਕੇ ਆਏ ਤੇ ਇਹਨਾਂ ਬੰਦਿਆਂ ਨੂੰ ਸਮਝਾਇਆ, ਚੰਨੀ ਔਰ ਰੰਧਾਵਾ ਨੂੰ, ਬਈ ਜੇ ਲੜਾਈ ਲੜਨੀ ਆ ਤੇ ਆਪਾਂ ਟਕਸਾਲੀ ਰਲ ਕੇ ਲੜੀਏ। ਸਿੱਧੂ ਨੂੰ ਕਿਉਂ ਲਿਆਉਂਦੇ ਹੋ? ਜੇ ਉਹਨੂੰ ਵਿੱਚ ਲਿਆ ਕੇ ਲਿਆਉਂਦੇ ਹੋ ਤੇ ਫਿਰ ਤੁਹਾਡੀ ਲੜਾਈ ਕਿੱਥੇ ਜਾਊਗੀ? ਫਿਰ ਕੈਪਟਨ ਅਮਰਿੰਦਰ ਸਿੰਘ ਨਾਲ ਲੜਾਈ ਲੜਨ ਦਾ ਫਾਇਦਾ ਹੀ ਕੀ ਆ? ਇੱਕ ਨੂੰ ਕੱਢ ਕੇ ਦੂਜਾ ਫਿਰ ਉਹ ਜਿਹਾ, ਉਹ ਕਿਹੜਾ ਕਿਸੇ ਨੂੰ ਮਿਲਦਾ? ਇਹ ਵੱਡੇ ਸਵਾਲ ਉੱਠਦੇ ਰਹੇ। ਇਹਦਾ ਮਤਲਬ ਠੀਕ ਹੈ ਤੁਹਾਡਾ ਕਿ ਜਿਹੜੇ ਪੀੜ੍ਹੀਆਂ ਤੋਂ ਕਾਂਗਰਸੀ ਆ ਉਹ ਨਹੀਂ ਚਾਹੁੰਦੇ ਕਿ ਕੋਈ ਨਵਾਂ ਕੁਝ ਪੈਰਾਸ਼ੂਟ ਰਾਹੀਂ ਆਇਆ ਸਾਡੇ ਉੱਤੇ ਬਹਿ ਜਾਏ। ਠੀਕ ਗੱਲ ਕਹਿ ਰਹੇ ਹੋ। ਔਰ ਬਿਲਕੁਲ ਠੀਕ। ਮੈਂ ਤੁਹਾਨੂੰ ਇਹ ਗੱਲ ਇਸ ਤਰੀਕੇ ਨਾਲ ਸਮਝਾਉਣ ਦੀ ਵੀ ਕੋਸ਼ਿਸ਼ ਕਰਾਂਗਾ, ਜੇ ਕਿਤੇ ਵਾਕਈ ਸਿੱਧੂ ਦਾ ਐਲੀਵੇਸ਼ਨ ਹੋ ਜਾਂਦਾ ਹੈ
ਔਰ ਇਸ 3 ਮੈਂਬਰੀ ਕਮੇਟੀ ਦੇ ਵਿੱਚ ਮੀਟਿੰਗ ਤੋਂ ਬਾਅਦ ਭਾਵੇਂ ਉਹ ਕੱਲ ਰਿਪੋਰਟ ਕਹਿੰਦੇ ਆ ਕਿ ਵੀ ਸਬਮਿਟ ਕਰ ਦੇਣਗੇ, ਉਸ ਰਿਪੋਰਟ ਤੋਂ ਪਹਿਲੇ ਵੀ ਇਹੀ ਗੱਲਾਂ ਚੱਲ ਰਹੀ ਹੈ ਵੀ ਸਿੱਧੂ ਦਾ ਐਲੀਵੇਸ਼ਨ ਕਿਸ ਪੋਸਟ ਤੇ ਹੋਏਗਾ ਜਾਂ ਉਹਦਾ ਰੀਹੈਬਿਲਿਟੇਸ਼ਨ ਕਿੱਦਾਂ ਹੋਏਗਾ। ਉਹਦੇ ਵਿੱਚ ਇਹ ਜਿਹੜੇ ਬਾਕੀ 3 ਕੈਂਡੀਡੇਟ ਹੈਗੇ ਨੇ, ਜਿਨ੍ਹਾਂ ਦੇ ਆਪਾਂ ਬਾਜਵਾ ਸਾਹਿਬ ਦੀ ਗੱਲ ਕੀਤੀ, ਸੁਖਜਿੰਦਰ ਰੰਧਾਵਾ ਉਹਨਾਂ ਦੀ ਗੱਲ ਕੀਤੀ, ਚੰਨੀ ਉਹਨਾਂ ਦੀ ਗੱਲ ਕੀਤੀ, ਔਰ ਈਵਨ ਪ੍ਰਗਟ ਸਿੰਘ ਉਹਨਾਂ ਦੀ ਵੀ ਗੱਲ ਕੀਤੀ, ਜੋ ਸਭ ਤੋਂ ਜ਼ਿਆਦਾ ਮੁਖਰ ਸੀਗੇ ਕੈਪਟਨ ਨੂੰ ਕ੍ਰਿਟੀਸਾਈਜ਼ ਕਰਨ ਵਾਸਤੇ। ਇਹਨਾਂ ਦੀ ਰੀਹੈਬਿਲਿਟੇਸ਼ਨ ਦੀ, ਇਹਨਾਂ ਦੇ ਐਲੀਵੇਸ਼ਨ ਦੀ ਕੋਈ ਗੱਲ ਨਹੀਂ ਕਰ ਰਿਹਾ, ਸਿਰਫ ਸਿੱਧੂ ਦੇ ਐਲੀਵੇਸ਼ਨ ਦੀ ਗੱਲ ਚੱਲਦੀ ਪਈ ਹੈ। ਇਸ ਗੱਲ ਤੋਂ ਅੰਦਰ ਖਾਤੇ ਇਹਨਾਂ ਸਾਰਿਆਂ ਨੂੰ ਨਾਰਾਜ਼ਗੀ ਹੈ, ਔਰ ਇਸ ਨਾਰਾਜ਼ਗੀ ਦੇ ਕਰਕੇ ਹੀ ਅੱਜ ਜਿਹੜੇ 3 MP ਕੈਪਟਨ ਸਾਹਿਬ ਨੂੰ ਉਹਨਾਂ ਦੇ ਘਰ ਜਾ ਕੇ ਮਿਲੇ ਨੇ, ਉਹਦਾ ਵੀ ਕਾਰਨ ਇਹੀ ਹੈਗਾ ਕਿ ਜੇ ਕਿਤੇ ਸਿੱਧੂ ਐਲੀਵੇਟ ਹੋ ਗਿਆ, ਔਰ ਅਸੀਂ ਕੈਪਟਨ ਸਾਹਿਬ ਦੇ ਖਾਤੇ 'ਚ ਹਜੇ ਤੱਕ ਤੇ ਬੋਲਦੇ ਨਹੀਂ ਸੀਗੇ, ਤੇ ਘੱਟ ਤੋਂ ਘੱਟ ਇਸ ਮੌਕੇ ਤੇ ਅਸੀਂ ਕੈਪਟਨ ਸਾਹਿਬ ਦੇ ਉੱਤੇ ਕੋਈ ਅਹਿਸਾਨ ਕਰ ਦਈਏ। ਕੱਲ ਨੂੰ ਇਹਨਾਂ ਅਹਿਸਾਨਾਂ ਦਾ ਆਪਾਂ ਕੋਈ ਬਦਲਾ ਲੈਣਾ ਹੋਏ, ਬਦਲਾ ਕੀ ਮਤਲਬ ਕੋਈ ਚੀਜ਼ ਲੈਣੀ ਹੋਏ ਜਾਂ ਕੋਈ ਬੈਨੀਫਿਟ ਲੈਣਾ ਹੋਏ, ਤੇ ਅਸੀਂ ਲੈ ਸਕੀਏ ਜੇ ਕਿਤੇ ਕੈਪਟਨ ਰਹਿ ਜਾਵੇ। ਬਿਲਕੁਲ ਜੀ। ਇੱਕ ਹੋਰ ਪਹਿਲੂ ਆ ਕਿ ਜਦੋਂ ਸੀਐਮ ਦੇ ਨਾਲ ਬਿਹਤਰੀਨ ਪੋਜ ਵਿੱਚ ਕੋਈ ਨਜ਼ਰ ਆਉਂਦਾ ਹੈ, ਸਾਰੀ ਅਫਸਰਸ਼ਾਹੀ, ਸਾਰੀ ਮਸ਼ੀਨਰੀ ਨੂੰ ਇੱਕ ਅਣਕਿਆ ਮੈਸੇਜ ਲੱਗ ਜਾਂਦਾ, ਸਰਕੂਲਰ ਨਹੀਂ ਭੇਜਿਆ ਜਾਂਦਾ, ਉਹ ਫੋਟੋ ਹੀ ਦੱਸਦੀ ਆ ਹੁਣ ਇਹਨਾਂ ਬੰਦਿਆਂ ਨੂੰ ਸੁਣਿਆ ਜਾਣਾ ਹੈ, ਜੇ ਨਾ ਸੁਣਿਆ ਤੇ ਸ਼ਾਮਤ ਆ ਜਾਊਗੀ। ਇਹਦਾ ਮਤਲਬ ਅੰਮ੍ਰਿਤਸਰ ਦੇ MP ਇੱਥੋਂ ਦੇ ਮੰਤਰੀਆਂ ਦੇ ਬਰਾਬਰ ਚ ਉਹਨਾਂ ਤੋਂ ਉੱਤੇ ਆਉਣ ਵਾਲੇ ਨੇ। ਅਗਲੇ ਦਿਨਾਂ 'ਚ ਇਹ ਕੈਪਟਨ ਅਮਰਿੰਦਰ ਸਿੰਘ ਦੀ ਰਹਿਮਤ ਦਾ ਮੀਂਹ ਵਰੂਗਾ। ਸ਼ਾਇਦ ਅੰਮ੍ਰਿਤਸਰ ਨੂੰ ਕੋਈ ਨਿੱਜੀ ਤੌਰ ਤੇ ਬੈਨੀਫਿਟ ਹੋ ਜੇ, ਉਧਰੋਂ ਰਮਨੀਤ ਸਿੰਘ ਬਿੱਟੂ ਨੂੰ ਹਾਈ ਕਮਾਂਡ ਦੇ ਵਿੱਚ ਸ਼ਾਇਦ ਅੱਗੇ ਨਾਲੋਂ ਵੀ ਜ਼ਿਆਦਾ ਵਜਨੀ ਸਮਝ ਲਿਆ ਜਾਵੇ, ਕਿਉਂਕਿ ਕੈਪਟਨ ਸਾਹਿਬ ਦਾ ਸੁਨੇਹਾ ਬਿੱਟੂ ਰਾਹੀਂ ਜਾਊਗਾ ਤੇ ਹੋਰ ਜ਼ਿਆਦਾ ਅਹਿਮ ਆ। ਮੈਂ ਹੋਰ ਸਵਾਲ ਇੱਕ ਪੁੱਛਣਾ ਚਾਹੁੰਦਾ ਹੈ ਲਾਸਟ ਵਿੱਚ, ਤੁਸੀਂ ਤਾਂ ਤਜਰਬੇਕਾਰ ਹੋ, ਇਹਨਾਂ ਦੇ ਅੰਦਰ ਤਕਲੀਫ ਤਾਂ ਬਹੁਤ ਹੋਣੀ ਹੈ ਜਿਨ੍ਹਾਂ ਨੇ ਇਸ ਸਾਰੇ ਦੇ ਸਾਰੇ ਵਿਰੋਧ ਚੋਂ, ਲੜਾਈ ਚੋਂ ਹਾਈ ਕਮਾਂਡ ਨੂੰ ਜਗਾਤਾ, ਲੇਕਿਨ ਜਗਾਉਣ ਤੋਂ ਬਾਅਦ ਬੈਨੀਫਿਟ ਕੋਈ ਨਾ ਹੋਇਆ। ਜਿਹੜੇ ਬੇਅਦਬੀ ਮਾਮਲੇ ਸੀ ਉਹਨਾਂ 'ਚ ਕੈਪਟਨ ਆਲਰੇਡੀ ਤੇਜ਼ੀ ਫੜ ਚੁੱਕੇ ਆ, ਔਰ ਸਾਰੀਆਂ ਘਟਨਾਵਾਂ ਜਿਹੜੀਆਂ ਇਸ ਦਿਸ਼ਾ 'ਚ ਹੈ ਕਿ ਉਹ ਆਪਣੇ ਦਾਗ ਧੋਣ ਦੀ ਕੋਸ਼ਿਸ਼ ਕਰ ਰਹੇ ਕਿ ਜਿਹੜਾ ਜਨਤਕ ਪਲੇਟਫਾਰਮਸ ਦੇ ਉੱਤੇ ਸਾਰਿਆਂ ਨੇ, ਆਪਣੇ ਬਗਾਨਿਆਂ ਨੇ, ਸਭ ਨੇ ਦੋਸ਼ ਲਾਤਾ ਕਿ ਇਹਦੇ ਬਾਦਲ ਕੇ ਨਾ ਰਲ ਕੇ ਖੇਡਦੇ ਆ। ਹੁਣ ਉਹਨੂੰ ਕਿਵੇਂ ਲਾਇਆ ਜਾਵੇ? ਕੈਪਟਨ ਅਮਰਿੰਦਰ, ਉਹਦੀ ਟੀਮ ਦਿਨ ਰਾਤ ਇਹੀ ਸੋਚਦੇ ਹੋਣੇ। ਜਿਨ੍ਹਾਂ ਨੇ ਬੇਅਦਬੀ ਮਾਮਲੇ ਉਠਾ ਕੇ 2-3 ਮੰਤਰੀ ਔਰ ਜਿਹੜੇ MLA ਸੀ, ਉਹਨਾਂ ਨੇ ਆਪਣੇ ਆਪ ਨੂੰ ਮੇਨ ਪਿਕਚਰ ਚੋਂ ਲਾਂਭੇ ਦੇਖ ਕੇ, ਔਰ ਨਵਜੋਤ ਸਿੰਘ ਸਿੱਧੂ ਨੂੰ ਮੇਨ ਧਾਰਾ 'ਚ ਉਹਨਾਂ ਦੇ ਐਫਰਟਸ ਨਾਲ, ਕਿਉਂਕਿ ਸਿੱਧੂ ਨੂੰ ਕੋਈ ਨਹੀਂ ਸੀ ਪੁੱਛ ਰਿਹਾ, ਹਾਈ ਕਮਾਂਡ ਵੀ ਉੱਤੇ ਕੋਈ ਉਹਦੇ ਕਹਿਣ ਤੇ ਐਕਸ਼ਨ ਨਹੀਂ ਸੀ ਲੈ ਰਹੀ, ਉਹਦਾ ਨੋਟਿਸ ਹੀ ਨਹੀਂ ਸੀ ਲੈ ਰਹੀ। ਇਹਦਾ ਮਤਲਬ ਇਹ ਖਤਰਨਾਕ ਚੀਜ਼ ਹੁੰਦੀ ਆ। ਲੜਾਈ ਕੋਈ ਲੜਦਾ ਰਹਿ ਗਿਆ, ਬੈਨੀਫਿਟ ਕਿਸੇ ਨੂੰ ਹੋ ਗਿਆ, ਔਰ ਰਿਸ਼ਤੇ ਸੱਤਾ ਨਾਲ ਅਸੀਂ ਵਿਗਾੜ ਬੈਠੇ। ਇਹ ਸਵਾਲ ਆਉਂਦੇ ਹੋਣਗੇ ਉਹਨਾਂ ਦੇ ਮਨ 'ਚ, ਜਿਹੜੇ ਪਿਛਲੇ ਦਿਨਾਂ 'ਚ ਸੋਚਦੇ ਸੀ ਕਿ ਇਸ ਲੜਾਈ 'ਚ ਅਸੀਂ ਸ਼ਾਇਦ ਕੈਪਟਨ ਹੀ ਢਾਹ ਲੈਣਾ, ਜਾਂ ਅਸੀਂ ਕੈਪਟਨ ਕੋਲੋਂ ਤਗੜੇ ਹੋ ਕੇ ਨਿਕਲਾਂਗੇ, ਸਾਨੂੰ ਪਾਵਰ 'ਚੋਂ ਵੱਡਾ ਹਿੱਸਾ ਮਿਲ ਜਾਊਗਾ, ਜਾਂ ਅਸੀਂ ਪਬਲਿਕ ਫਿਗਰ ਵਜੋਂ ਅੱਗੇ ਨਾਲੋਂ ਵੱਡੇ ਚਿਹਰੇ ਤੇ ਮਜ਼ਬੂਤ ਛਵੀ ਵਾਲੇ ਬਣ ਕੇ, ਲੋਕ ਅਤੈਸ਼ੀ ਬਣ ਕੇ ਨਿਕਲਾਂਗੇ। ਮੈਨੂੰ ਲੱਗਦਾ ਗੱਲ ਵੱਟੇ ਖਾਤੇ 'ਚ ਪੈ ਗਈ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਪਹਿਲੇ ਕਈ ਵਾਰ ਇਹ ਗੱਲ ਚੱਲੀ, ਤੁਹਾਨੂੰ ਯਾਦ ਹੋਏਗਾ 2017 ਤੋਂ ਪਹਿਲੇ ਵੀ ਕੈਪਟਨ ਅਮਰਿੰਦਰ ਸਿੰਘ ਹੋਣਾ ਆਪਣੀ ਇੱਕ ਵੱਖਰੀ ਪਾਰਟੀ ਬਣਾ ਕੇ ਸ਼ਾਇਦ BJP ਦੇ ਨਾਲ ਅਲਾਈਅੰਸ ਕਰਕੇ ਕੰਟੈਸਟ ਕਰਨਾ ਚਾਹੁੰਦੇ ਸੀ, ਜੇ ਉਹਨਾਂ ਨੂੰ PPCC ਪ੍ਰਧਾਨ ਨਹੀਂ ਬਣਾਇਆ ਜਾਂਦਾ। ਉਸ ਟਾਈਮ ਵੀ ਇਹ ਗੱਲ ਚੱਲਦੀ ਸੀ ਵੀ ਕਿਹੜਾ ਕਾਂਗਰਸੀ ਕੈਪਟਨ ਸਾਹਿਬ ਦੇ ਨਾਲ ਜਾਏਗਾ, ਔਰ ਪਿਛਲੇ 1 ਮਹੀਨੇ ਤੋਂ ਵੀ ਇਹੀ ਗੱਲਾਂ ਚੱਲਦੀ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਹਾਈ ਕਮਾਂਡ ਲਾ ਦਿੰਦਾ ਤੇ ਕੀ ਕਾਂਗਰਸੀ ਜਾਂ ਕਾਂਗਰਸੀ MLA ਜਿਹੜੇ ਅੱਜ ਕੈਪਟਨ ਸਾਹਿਬ ਦੇ ਨਾਲ ਨਜ਼ਰ ਆਉਂਦੇ ਨੇ, ਇਹ 3 MP ਜਿਹੜੇ ਅੱਜ ਕੈਪਟਨ ਸਾਹਿਬ ਦੇ ਨਾਲ ਉਹਨਾਂ ਦੇ ਘਰ ਗਏ ਸੀਗੇ, ਫੋਟੋ ਖਿਚਾ ਕੇ ਉਹਨਾਂ ਨੇ ਬਾਹਰ ਵੀ ਭੇਜੀ, ਕਿ ਅਗਰ ਹਾਈ ਕਮਾਂਡ ਕੈਪਟਨ ਸਾਹਿਬ ਦੇ ਖਿਲਾਫ ਕੋਈ ਫੈਸਲਾ ਲੈਂਦੇ ਆ ਤੇ ਇਹ ਤਿੰਨੋਂ MP ਕਾਂਗਰਸ ਛੱਡ ਕੇ ਕੈਪਟਨ ਸਾਹਿਬ ਦੇ ਨਾਲ ਜਾਣਗੇ? ਇਹ ਗੱਲ ਵੀ ਸਾਫ਼ ਹੋਣੀ ਚਾਹੀਦੀ ਹੈ, ਕਿਉਂਕਿ ਹਾਈ ਕਮਾਂਡ ਦਾ ਫੈਸਲਾ। ਪਰ ਸਰ, ਜੋ ਸਿਚੁਏਸ਼ਨ ਬਣੀ ਆ ਭਾਸਕਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਤੇ ਅੱਗੇ ਨਾਲ ਰਿਲੈਕਸ ਲੱਗ ਰਹੇ, ਉਹ ਕਿਉਂ ਕਾਂਗਰਸ ਛੱਡਣਗੇ? ਜਾਂ ਉਹ ਸਵਾਲ ਤਾਂ ਮੈਨੂੰ ਲੱਗਦਾ ਉਦੋਂ ਹੀ ਖਤਮ ਹੋ ਗਿਆ ਜਿਸ ਦਿਨ 3 ਮੈਂਬਰੀ ਕਮੇਟੀ ਨੂੰ ਉਹ ਮਿਲਦੇ ਆ, ਔਰ ਜਿਸ ਤਰੀਕੇ ਨਾਲ ਗੱਲਾਂ ਬਾਹਰ ਆਈਆਂ, ਇੰਜ ਨਹੀਂ ਲੱਗਦਾ ਕਿ ਸ਼ਾਇਦ ਹੁਣ ਇੱਕੋ ਹੀ ਹੋਊਗਾ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਬਹਿ ਕੇ ਸਮਝਾ ਕੇ ਨਵਜੋਤ ਸਿੰਘ ਸਿੱਧੂ ਨੂੰ ਕੁਝ ਕਿਤੇ ਵੀ ਐਡਜਸਟ ਕਰਨ ਲਈ ਕੈਪਟਨ ਸਾਹਿਬ ਨੂੰ ਮਨਾ ਲਿਆ ਜਾਵੇ? ਹੋਰ ਤਾਂ ਕੋਈ ਗੱਲ ਹੀ ਨਹੀਂ ਬਾਕੀ ਬਚੀ। ਤੁਹਾਨੂੰ ਲੱਗਦਾ ਕੈਪਟਨ ਦੇ ਕਾਂਗਰਸ ਚੋਂ ਬਾਹਰ ਜਾਣ ਦੀ ਗੱਲ ਹੀ ਕਿਧਰੇ ਨਹੀਂ ਤੁਰ ਰਹੀ, ਜਾਂ ਜਾਣਗੇ ਕਿਉਂ ਜਦੋਂ ਉਹਨਾਂ ਕੋਲ ਪਾਵਰ ਹੈ? ਔਰ ਅਗਲੇ ਚਿਹਰੇ ਵਜੋਂ ਵੀ ਮੈਨੂੰ ਲੱਗਦਾ ਕਿ ਜਿਵੇਂ ਰਾਵਤ ਨੇ ਕਿਹਾ ਸੀਗਾ, ਦੂਜੀ ਗੱਲ ਕੋਈ ਹੋਈ ਨਹੀਂ, ਇਹੀ ਹੋਣਗੇ। ਰੰਧਾਵਾ ਜੀ, ਤੁਸੀਂ ਵੀ ਬੜੇ ਪੋਲੀਟਿਕਸ ਨੂੰ ਬੜੇ ਕਰੀਬੀ ਨਾਲ ਜਾਣਦੇ ਹੋ, ਤੁਹਾਨੂੰ ਲੱਗਦਾ ਹੈ ਕਿ ਸਿੱਧੂ ਉਹਨਾਂ ਦੇ ਔਰ ਕੈਪਟਨ ਉਹਨਾਂ ਦੇ ਰਿਸ਼ਤੇ ਦੇ ਵਿੱਚ ਕੋਈ ਵਧੀਆ ਗੱਲ ਹੋ ਸਕਦੀ ਹੈ, ਬਿਠਾ ਕੇ ਇਹ ਗੱਲ ਸਮਝਾ ਦਿੱਤੀ ਜਾਏ ਵੀ ਇੱਕ ਦੂਜੇ ਦੇ ਨਾਲ, ਇੱਕ ਦੂਜੇ ਦੇ ਖਿਲਾਫ ਨਾ ਬੋਲੋ? ਹੁਣ ਤੇ ਤੀਰ ਨਿਕਲ ਚੁੱਕੇ ਨੇ, ਤੀਰ ਕਿੱਥੇ ਜਾ ਕੇ ਵੱਜਦੇ ਨੇ? ਹੁਣ ਮੈਂ ਤੇ ਮੇਰੀ ਆਪਣੀ ਪੋਲੀਟਿਕਸ ਦੇ ਵਿੱਚ ਜਿੰਨੀ ਕੁ ਸਮਝ ਹੈਗੀ ਹੈ,
ਉਹਦੇ ਵਿੱਚ ਜਾਂ ਕਾਂਗਰਸ ਦੇ ਵਿੱਚ ਹੁਣ ਸਿੱਧੂ ਨਹੀਂ ਜਾਂ ਫਿਰ ਕੈਪਟਨ ਸਾਹਿਬ ਨਹੀਂ। ਔਰ ਜਿੱਦਾਂ ਕਿ ਸੰਭਾਵਨਾ ਨਜ਼ਰ ਆ ਰਹੀ ਹੈ ਵੀ ਕੈਪਟਨ ਸਾਹਿਬ ਸੀਐਮ ਔਰ ਅਗਲੇ 2022 ਦੇ ਸੀਐਮ ਦੇ ਵਜੋਂ ਪ੍ਰੋਜੈਕਟ ਕੀਤੇ ਜਾਣਗੇ, ਤੇ ਮੈਨੂੰ ਸਿੱਧੂ ਉਹਨਾਂ ਦਾ ਫਿਊਚਰ ਕੋਈ ਕਾਂਗਰਸ ਦੇ ਵਿੱਚ ਬਹੁਤ ਵਧੀਆ ਨਹੀਂ ਲੱਗਦਾ। ਅਗਰ ਉਹ ਰੀਹੈਬਿਲਿਟੇਸ਼ਨ ਜਿਹਦੀ ਗੱਲਾਂ ਅਖਬਾਰਾਂ ਦੇ ਵਿੱਚ ਜਾਂ ਪੋਲੀਟੀਕਲ ਸਰਕਲ ਦੇ ਵਿੱਚ ਚੱਲਦੀਆਂ ਹੋਈਆਂ, ਉਹ ਅਗਰ ਨਹੀਂ ਹੋਈ ਹੈ, ਕਿਉਂਕਿ ਇਹ ਹੁਣ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਹੁਣ ਤਲਵਾਰਾਂ ਕਿਹੜੀ ਅੰਦਰ ਜਾਏਗੀ ਤੇ ਕਿਹੜੀ ਬਾਹਰ ਜਾਏਗੀ, ਇਹ ਤੇ ਆਉਣ ਵਾਲੇ ਮੇਰੇ ਖਿਆਲ ਨਾਲ 2-4 ਦਿਨ ਜਾਂ ਮੈਕਸਿਮਮ ਜੁਲਾਈ ਦੇ ਮਹੀਨੇ ਦੇ ਵਿੱਚ ਤੁਹਾਨੂੰ ਇਸ ਗੱਲ ਨੂੰ ਤੁਹਾਡੇ ਸਾਹਮਣੇ ਹੋਣਗੀਆਂ ਸਾਰੀ ਗੱਲ। ਬਹੁਤ ਬਿਹਤਰੀਨ ਮੇਰੇ ਖਿਆਲ ਅਸੀਂ ਇਸ਼ੂ ਐਡਰੈਸ ਕਰ ਲਏ, ਲੇਕਿਨ ਦੋਸਤੋ ਇੱਕ ਸਵਾਲ ਖੜਾ ਹੋ ਗਿਆ ਜਿਹਦੇ ਤੇ ਅਸੀਂ ਕੱਲ ਫਿਰ ਇੱਕ ਵਾਰੀ ਮਿਲਾਂਗੇ ਕਿ ਜੇ ਸਿੱਧੂ ਐਡਜਸਟ ਨਹੀਂ ਕੀਤੇ ਜਾਂਦੇ ਫਿਰ ਸਿੱਧੂ ਲਈ ਭਵਿੱਖ ਕੀ ਆ, ਉਹਨਾਂ ਲਈ ਕਿਹੜੀਆਂ ਦਿਸ਼ਾਵਾਂ ਨੇ, ਕਿ ਉਹ ਇੰਡੀਪੈਂਡੈਂਟ ਤੌਰ ਤੇ ਪਾਰਟੀ ਬਣਾਉਣਗੇ, ਕੋਈ ਚੱਲਦੇ ਐਫਰਟਸ ਕਿਸੇ ਦੇ ਉਹਦੇ ਵਿੱਚ ਵੜਨਗੇ, ਆਮ ਆਦਮੀ ਪਾਰਟੀ ਨਾਲ ਸਮਝੌਤਾ ਹੋਊਗਾ, ਢੀਂਡਸਾ ਸਮੇਤ ਸਾਰੇ ਗਰੁੱਪਾਂ ਨੂੰ ਇਕੱਠਿਆਂ ਕਰਕੇ ਇੱਕ ਚੌਥਾ ਫਰੰਟ ਬਣ ਜਾਊਗਾ, ਨਵਜੋਤ ਸਿੰਘ ਸਿੱਧੂ ਲਈ ਸਿਆਸਤ ਸਦਾ ਲਈ ਖਤਮ ਹੋ ਜਾਊਗੀ, ਉਹ ਸੰਨਿਆਸ ਲੈ ਲੈਣਗੇ ਜਾਂ ਪੰਜਾਬ ਛੱਡ ਕੇ ਉਸੇ ਹੀ ਜਿਹੜੀ ਦੌਰ ਜਿਹੜੇ ਗਲੈਮਰ ਦੇ ਵਿੱਚੋਂ ਆਏ ਸੀ ਉਹਦੇ ਚ ਪਰਤ ਜਾਣਗੇ। ਇਹਦੇ ਤੇ ਗੱਲ ਕਰਾਂਗੇ। ਹਾਲਾਂਕਿ ਸਿੱਧੂ ਨੇ ਕਿਹਾ ਸੀ ਕਿ ਮੈਂ ਜਿੰਦਾ ਮਰਦਾ ਪੰਜਾਬ ਲਈ ਆ, ਆਖਰੀ ਲੜਾਈ ਮੈਂ ਲੜੂੰਗਾ। ਇਹਦਾ ਮਤਲਬ 2022 ਨੂੰ ਉਹ ਆਖਰੀ ਸਮਝ ਕੇ ਲੜਨਗੇ, ਇਕੱਲਿਆਂ ਵੀ ਲੜਨਾ ਪਿਆ ਤੇ ਲੜਨਗੇ, ਲੇਕਿਨ ਉਹ ਲੇਟ ਤੋਂ ਲੇਟ ਅਗਸਤ ਮਹੀਨੇ ਤੋਂ ਅੱਗੇ ਨਹੀਂ ਜਾਣਗੇ। ਤੁਸੀਂ ਠੀਕ ਕਿਹਾ ਜੁਲਾਈ ਮਹੀਨਾ, ਲੇਕਿਨ ਉਹਨਾਂ ਨੇ ਕਿਧਰੇ ਕਿਹਾ ਸੀ ਕਿਸੇ ਬਹੁਤ ਕਰੀਬੀ ਨੂੰ ਕਿ ਮੈਂ ਸਤੰਬਰ ਤੱਕ ਫਾਈਨਲ ਕਰ ਦਿਆਂਗਾ ਤਾਂ ਕਿ ਉਸ ਤੋਂ ਬਾਅਦ 4 ਮਹੀਨੇ 'ਚ ਮੈਂ ਇਲੈਕਸ਼ਨ ਲਈ ਪੂਰੇ ਮਨ ਨਾਲ ਜਾ ਸਕਾਂ। ਇਹਦੇ ਤੇ ਕੱਲ ਬਹਿਸ ਕਰਾਂਗੇ। ਭਾਸਕਰ ਸਾਹਿਬ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।